ਅਮਰਤਾ ਪ੍ਰੀਤਮ ਦਾ ਨਾਵਲ ਬੇਣੂ ਦਾ ਚੌਥਾ ਅਖੀਰਲਾ ਭਾਗ। ਬੇਣੂ ਆਈ। ਮੰਗਲਵਾਰ 'ਚ ਅਜੇ ਪੂਰੇ 3 ਦਿਨ ਰਹਿੰਦੇ ਸਨ। ਮਾਂ ਨੇ ਘਰ ਦੇ ਇੱਕ ਚੌਂਤਰੇ ਨੂੰ ਲਿਪ ਪੋਚ ਕੇ ਸੁੱਚਿਆਂ ਕੀਤਾ ਤੇ ਬੇਣੂ ਦੇ ਮਨ 'ਚ ਸ਼ਰਧਾ ਜਗਾਉਣ ਲਈ, ਜਿਵੇਂ ਪਾਂਧੇ ਨੇ ਦੱਸਿਆ ਸੀ, ਉਹਨੂੰ ਸਮਝਾਉਂਦੀ ਰਹੀ। ਮੰਗਲੀਕ ਕਿਸੇ ਥਾਂ ਅੜਿੱਚਨ ਪਾ ਰਿਹਾ ਹੈ, ਪਰ ਇਸ ਪੱਥਰ 'ਚ ਬਲ ਹੁੰਦਾ ਹੈ ਕਿ ਉਹ ਪਤੀ ਦੀ ਰੱਖਿਆ ਵੀ ਕਰਦਾ ਤੇ ਉਹਦੇ ਕੋਲੋਂ ਜੇ ਮੁਰਾਦ ਮੰਗੋ ਉਹ ਵੀ ਦਿੰਦਾ ਹੈ। ਬੇਣੂ ਚੁੱਪ ਸੁਣਦੀ ਰਹੀ। ਪਹਿਲਾਂ 2 ਦਿਨ ਇੱਕ ਕੰਨੋਂ ਪਾਉਂਦੀ, ਦੂਜੇ ਦਿਨੋਂ ਕੱਢਦੀ ਰਹੀ, ਪਰ ਫਿਰ ਸ਼ਾਇਦ ਸਾਰੇ ਅਡੰਬਰ ਦਾ ਕੋਈ ਇੱਕ ਪੱਖ ਉਹਦੇ ਮਨ 'ਚ ਵਸ ਗਿਆ। ਉਹ ਮਾਂ ਦੇ ਉਤਸ਼ਾਹ ਨਾਲ ਆਪਣਾ ਉਤਸ਼ਾਹ ਰਲਾ ਕੇ ਸੋਮਵਾਰ ਦੀ ਰਾਤ ਸੁੱਤੀ ਹੋਈ ਵੀ ਮੰਗਲਵਾਰ ਦੀ ਪ੍ਰਭਾਤ ਨੂੰ ਉਡੀਕਣ ਲੱਗ ਪਈ। ਮੰਗਲਵਾਰ ਦੀ ਲੋਅ ਨਾਲ ਬੇਣੂ ਜਾਗੀ। ਉਹਨੇ ਭਰੀ ਗਾਗਰ ਨਾਲ ਸਿਰ ਤੋਂ ਪੈਰਾਂ ਤੱਕ ਇਸ਼ਨਾਨ ਕੀਤਾ ਤੇ ਗਿੱਲੇ ਵਾਲਾਂ ਨੂੰ ਨਿਚੋੜਦੀ ਦੁਆਲੇ ਕੋਰੀ ਧੋਤੀ ਵਲੇਟ ਕੇ ਉਸ ਚਬੂਤਰੇ ਉੱਤੇ ਇੱਕ ਸਾਧਣੀ ਵਾਂਗ ਬਹਿ ਗਈ। ਮਾਂ ਨੇ ਇੱਕ ਕੌਲੀ 'ਚ ਦੁੱਧ ਪਾਇਆ, ਇੱਕ ਕੌਲੀ 'ਚ ਪਾਣੀ। ਦੋਵੇਂ ਕੌਲੀਆਂ ਬੇਣੂ ਦੇ ਅੱਗੇ ਰੱਖ ਕੇ ਰੇਸ਼ਮੀ ਰੁਮਾਲ ਦੀ ਕੰਨੀ 'ਚ ਵਲੇਟੀ ਹੋਈ ਮੂੰਗੇ ਦੀ ਮੁੰਦਰੀ ਸਾਹਮਣੇ ਰੱਖ ਦਿੱਤੀ। ਕੋਲ ਇੱਕ ਕਟੋਰੀ 'ਚ ਧੂਫ ਧੁਖਾ ਕੇ ਰੱਖ ਦਿੱਤੀ। ਬੇਣੂ ਨੇ ਜਿਵੇਂ ਮਾਂ ਨੇ ਕਿਹਾ, ਮੂੰਗੇ ਦੀ ਮੁੰਦਰੀ ਨੂੰ ਪਹਿਲੋਂ ਦੁੱਧ 'ਚ ਧੋਤਾ, ਫਿਰ ਪਾਣੀ 'ਚ, ਇੰਜ 7 ਵਾਰੀ ਦੁੱਧ 'ਚ ਤੇ 7 ਵਾਰੀ ਪਾਣੀ 'ਚ ਧੋ ਕੇ ਧੂਫ ਦੇ ਧੂੰਏਂ ਨਾਲ ਮੁੰਦਰੀ ਨੂੰ ਛੁਹਾ ਕੇ ਉਹਨੂੰ ਉਂਗਲ 'ਚ ਪਾਉਣ ਤੋਂ ਪਹਿਲਾਂ ਅੱਖਾਂ ਨੂੜ ਕੇ ਆਪਣੀ ਮੰਨਤ ਮੰਗੀ। ਕੋਈ ਨਹੀਂ ਜਾਣਦਾ ਬੇਣੂ ਨੇ ਕੀ ਮੰਗਿਆ। ਮਾਂ ਨੇ ਆਖਿਆ ਸੀ ਉਹ ਪਤੀ ਦੀ ਖੈਰ ਮੰਗ ਕੇ ਆਪਣੇ ਲਈ ਪੁੱਤਰ ਦਾ ਦਾਨ ਮੰਗੇ, ਪਰ ਬੇਣੂ ਨੇ ਮਿੱਟੇ ਫਰਕ ਦੇ ਹੋਠਾਂ ਨਾਲ ਦੈਵੀ ਸ਼ਕਤੀ ਨੂੰ ਸੰਬੋਧਨ ਕੀਤਾ ਤੇ ਆਖਿਆ, ਜਿਹਨੂੰ ਪਹਿਲੇ ਦਿਨੋਂ ਜਿਹੜੇ ਰੂਪ 'ਚ ਸੋਚਿਆ ਸੀ, ਸਿਰਫ ਉਹ ਮੇਰੇ ਲਈ ਉਸੇ ਰੂਪ 'ਚ ਹੈ। ਭਾਵੇਂ ਮੂੰਹੋਂ ਕੁਝ ਆਖਣ ਲਈ ਹੁਣ ਮੇਰੀ ਜੀਭ ਟੁੱਕੀ ਹੋਈ ਹੈ, ਪਰ ਮੇਰੀ ਟੁੱਕੀ ਹੋਈ ਜੀਭ ਦਾ ਵਾਸਤਾ ਹੀ ਰੱਬ ਵੇ। ਚੰਦਨ ਭਾਵੇਂ ਪਰਾਇਆ ਹੋ ਜਾਏ, ਕਿਸੇ ਦਾ ਵੀ ਪਤੀ ਬਣੇ, ਪਰ ਉਹ ਜਿਉਂਦਾ ਰਹੇ। ਤੇ ਬੇਣੂ ਨੇ ਦੁੱਧ ਪਾਣੀ ਨਾਲ ਤੇ ਧੂਫ ਦੇ ਧੂੰਏਂ ਨਾਲ ਪਵਿੱਤਰ ਹੋਈ ਮੁੰਦਰੀ ਸੱਜੇ ਹੱਥ ਦੀ ਤੀਜੀ ਉਂਗਲੀ 'ਚ ਪਾ ਲਈ। ਮਨ ਦੇ ਬੋਲ ਸਾਬਤ ਸਨ, ਪਰ ਕਿਸਮਤ ਦੇ ਉਤਰਾਅ ਚੜ੍ਹਾਅ ਨਾਲ ਬੇਣੂ ਦੇ ਹੱਥ ਦੀ ਉਂਗਲ ਕੰਬਦੀ ਪਈ ਸੀ। ਨਾ ਬੇਣੂ ਦੀ ਮਾਂ ਨੇ ਕੁਝ ਜਾਣਿਆ, ਨਾ ਦੁਨੀਆ ਦੇ ਕਿਸੇ ਹੋਰ ਬਸ਼ਰ ਨੇ ਕਿ ਬੇਣੂ ਦਾ ਚੰਦਨ ਨਾਲ ਕੀ ਸਾਕ ਸੀ ਤੇ ਅੱਜ ਉਹਨੇ ਆਪਣੇ ਲਈ ਕੀ ਮੰਗਿਆ ਸੀ। ਸਭ ਜਾਣਦੇ ਹਨ, ਠਾਕੁਰ ਪ੍ਰਿਥਵੀ ਸਿੰਘ ਨੇ ਆਪਣੇ ਰਹਿੰਦੇ ਸਰਕਾਰੀ ਬੌਂਡ ਵੀ ਰੁਪਈਏ ਦੀ ਚਵਾਨੀ 'ਤੇ ਵੇਚ ਦਿੱਤੇ ਸਨ ਤੇ ਚੰਦਨ ਸਿੰਘ ਦੇ ਮੁਕੱਦਮੇ ਦੀ ਅਪੀਲ ਲਈ ਕੁਝ ਪੈਸਾ ਹੱਥ 'ਚ ਕਰ ਲਿਆ ਸੀ। ਮਲਖਾਨ ਸਿੰਘ ਨੇ ਗਲ 'ਚ ਸਿਰਫ ਗੇਰੂਏ ਰੰਗ ਦੇ ਕੱਪੜੇ ਨਹੀਂ ਸੀ ਪਾਏ, ਉਂਝ ਤਨੋਂ ਮਨੋਂ ਤਿਆਗੀ ਹੋ ਗਿਆ ਸੀ। ਰਾਮਪੁਰ ਵਾਲੀ ਕੋਠੀ ਭਾਵੇਂ ਸ਼ਹਿਰ ਤੋਂ ਬੜੇ ਪਸਿੱਤੇ ਪਾਸੇ ਸੀ, ਪਰ ਸੰਗੀਤ ਦੇ ਰਸੀਏ ਪ੍ਰਭਾਤ ਦਾ ਚਾਨਣ ਉਸ ਕੋਠੀ ਦੇ ਨੇੜੇ ਤੇੜੇ ਤੁਰਦਿਆਂ ਚੜ੍ਹਾਉਂਦੇ ਸਨ। ਕੰਨਾਂ 'ਚ ਪਈ ਮਲਖਾਨ ਦੇ ਤਾਨਪੁਰੇ ਦੀ ਆਵਾਜ਼ ਮੱਥੇ 'ਚ ਚਰਨਾਟ ਛੇੜਦੀ ਸੀ ਤੇ ਨਾਲ ਭਜਨਾਂ ਦੇ ਬੋਲ, ਕਰ ਮਨ ਕੀ ਗਤ ਨਿਆਰੀ ਮਾਧੋ, ਕਰ ਮਨ ਕੀ ਗਤ ਨਿਆਰੀ, ਜਿਵੇਂ ਰੂਹ 'ਚ ਵਰਸਾਉਂਦੇ ਸਨ। ਤੇ ਇਹਨਾਂ ਦਿਨਾਂ 'ਚ ਇੱਕ ਘਟਨਾ ਵਾਪਰ ਗਈ ਸੀ। ਚੌਧਰੀ ਭੂਪ ਸਿੰਘ ਚੰਦਨ ਸਿੰਘ ਨੂੰ ਹੋਇਆ ਫਾਂਸੀ ਦਾ ਹੁਕਮ ਸੁਣ ਕੇ ਰੋਜ਼ ਖੁਸ਼ੀ 'ਚ ਅੰਨ੍ਹੇਵਾਹ ਸ਼ਰਾਬ ਪੀਂਦਾ ਆਪਣੇ ਜਿਗਰ 'ਚ ਉੱਠੀ ਪੀੜ ਨਾਲ ਜਿਹਾ ਮੰਜੀ 'ਤੇ ਪਿਆ, ਮੁੜ ਕੇ ਮੰਜੀ ਤੋਂ ਨਹੀਂ ਉੱਠ ਸਕਿਆ। ਦਤੀਆ ਤੋਂ ਸ਼ਿਵ ਚਰਨ ਠਾਕੁਰ ਆਪ ਚੱਲ ਕੇ ਠਾਕੁਰ ਪ੍ਰਿਥਵੀ ਸਿੰਘ ਕੋਲ ਆ ਗਿਆ ਤੇ ਪਹਿਲੇ ਵਕੀਲ ਨਾਲ ਰਲ ਕੇ ਉਹਨੇ ਸਿਰਫ ਰਹਿਮ ਦੀ ਅਪੀਲ ਹੀ ਨਹੀਂ ਸੀ ਕੀਤੀ, ਮੁਕੱਦਮਾ ਵੀ ਮੁੜ ਖੁਲਵਾ ਲਿਆ ਸੀ। ਹਾਦਸੇ ਦਾ ਵੇਰਵਾ ਉਹੀ ਸੀ ਪੁਰਾਣਾ, ਪਰ ਪਿੰਡ ਦੇ ਗਵਾਹਾਂ ਦੇ ਸਿਰੋਂ ਚੌਧਰੀ ਭੂਪ ਸਿੰਘ ਦਾ ਭੈ ਉਤਰਨ ਨਾਲ ਸਾਰੀ ਗੱਲ ਦਾ ਰੰਗ ਹੀ ਵੱਟ ਗਿਆ। ਪਹਿਲਾਂ ਮੁਕੱਦਮੇ 'ਚ ਇੰਨਾ ਵੀ ਸਾਬਤ ਨਹੀਂ ਸੀ ਹੋ ਸਕਿਆ ਕਿ ਚੌਧਰੀ ਭੂਪ ਦੇ ਭੇਜੇ ਹੋਏ ਬੰਦੇ ਠਾਕੁਰ ਪ੍ਰਿਥਵੀ ਸਿੰਘ ਦੇ ਕਤਲ ਲਈ ਖੁਦ ਉਹਦੀ ਗੜੀ 'ਚ ਆਏ ਸੀ। ਸਗੋਂ ਉਲਟਾ ਦੋਸ਼ ਲੱਗਾ ਸੀ ਕਿ ਉਹ ਪੰਜੇ ਤਾਂ ਗੜੀ ਤੇ ਬਾਹਰ ਇੱਕ ਦਰਖਤ ਹੇਠਾਂ ਬੈਠੇ ਸਾਹ ਕੱਢ ਰਹੇ ਸੀ ਕਿ ਸ਼ਿਕਾਰ ਖੇਡ ਕੇ ਆਏ ਚੰਦਨ ਸਿੰਘ ਨੇ ਦੋਹਾਂ ਘਰਾਂ ਦੀ ਪੁਰਾਣੀ ਦੁਸ਼ਮਣੀ ਕੱਢਣ ਦਾ ਵੇਲਾ ਤਾੜ ਕੇ ਬੰਦੂਕ ਚਲਾ ਦਿੱਤੀ। ਸਰਕਾਰੇ ਦਰਬਾਰੇ ਜਿੱਥੇ ਪਹਿਲਾਂ ਠਾਕੁਰ ਪ੍ਰਿਥਵੀ ਸਿੰਘ ਦੀ ਪਹੁੰਚ ਨਹੀਂ ਸੀ ਹੋ ਰਹੀ, ਉੱਥੇ ਚੌਧਰੀ ਭੂਪ ਸਿੰਘ ਦਾ ਜਾਦੂ ਲੈ ਗਿਆ। ਉਹ ਬੰਦ ਬੂਹੇ ਹੱਥ ਲਾਇਆਂ ਖੋਲ੍ਹਣ ਲੱਗ ਪਏ। ਠਾਕੁਰ ਪ੍ਰਿਥਵੀ ਸਿੰਘ ਕੋਲ ਅੱਜ ਇੱਕ ਦਾ ਸੁਨੇਹਾ ਪਹੁੰਚਦਾ, ਕੱਲ੍ਹ ਦੂਜੇ ਦਾ। ਜੇ ਅਸੀਂ ਪੁਰਾਣੇ ਦਿਨ ਕਦੇ ਭੁੱਲ ਸਕਦੇ ਹਾਂ, ਅਸਾਂ ਤਾਂ ਤੁਹਾਡੀ ਗੜੀ 'ਚ ਆਪਣੇ ਔਖੇ ਦਿਨ ਬਿਤਾਏ ਹੋਏ ਹੈ। ਤੇ ਹੁਣ ਜਦੋਂ ਮੁਕੱਦਮਾ ਖੁੱਲ੍ਹਿਆ, ਗਵਾਹੀਆਂ ਬਦਲ ਗਈਆਂ। ਪੁਰਾਣੇ ਗਵਾਹ ਸਰਕਾਰੀ ਖੌਫ ਤੋਂ ਡਰਦੇ ਕੁਝ ਤਾਂ ਪਿੰਡ ਹੀ ਛੱਡ ਗਏ ਸਨ,
ਕੁਝ ਵੇਲਾ ਟੱਪਣ ਲਈ ਵਾਂਢੇ ਚਲੇ ਗਏ, ਪਰ ਇੱਕ ਦੋ ਅਜਿਹੇ ਵੀ ਸਨ ਜਿਹੜੇ ਕਚਹਿਰੀ 'ਚ ਸਾਫ਼ ਕਹਿ ਦਿੱਤਾ ਕਿ ਉਹਨਾਂ ਨੂੰ ਭੂਪ ਸਿੰਘ ਕੋਲੋਂ ਜਾਣ ਦਾ ਖਤਰਾ ਸੀ, ਇਸ ਲਈ ਉਹਨਾਂ ਝੂਠੀਆਂ ਗਵਾਹੀਆਂ ਦਿੱਤੀਆਂ। ਅਤੇ ਉਹ ਲੋਕ ਜਿਹੜੇ ਪਹਿਲੋਂ ਨਾ ਸੱਚ ਬੋਲ ਸਕਦੇ ਸੀ ਅਤੇ ਨਾ ਝੂਠ, ਹੁਣ ਨਿੱਤਰ ਕੇ ਗਾਂਹ ਆ ਗਏ। ਫਿਰ ਗਿਣਤੀ ਦੀਆਂ ਪੇਸ਼ੀਆਂ ਹੋਈਆਂ ਅਤੇ ਚੰਦਨ ਸਿੰਘ ਸਾਰੇ ਮਾਮਲੇ 'ਚ ਨਿਰਦੋਸ਼ ਸਾਬਤ ਹੋ ਗਿਆ। ਫਾਂਸੀ ਦਾ ਹੁਕਮ ਪਰਤ ਗਿਆ। ਸਿਰਫ ਇੱਕ ਦੋਸ਼ ਉਹਦੇ 'ਤੇ ਲੱਗਦਾ ਸੀ ਕਿ ਉਹ ਫਰਾਰ ਕਿਉਂ ਹੋਇਆ। ਇਹਦੇ ਲਈ ਉਹਨੂੰ 3 ਵਰ੍ਹਿਆਂ ਦੀ ਕੈਦ ਸੁਣਾਈ ਗਈ। ਪਰ ਕੋਈ ਨਹੀਂ ਜਾਣਦਾ, ਦੂਰ ਸ਼ਹਿਰ 'ਚ ਜਿਸ ਵੇਲੇ ਚੰਦਨ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਹੋ ਰਹੀ ਸੀ, ਜਿਸ ਵੇਲੇ ਫਾਂਸੀ ਦੇ ਰੱਸੇ ਦੀ ਭਿਆਨਕ ਕਲਪਨਾ ਉਹਦੇ ਗਲ 'ਚ ਉਤਰ ਰਹੀ ਸੀ, ਉਸ ਵੇਲੇ ਬੇਣੂ ਨੂੰ ਘਰ ਦੇ ਨਾਲ ਲੱਗਦੇ ਮੰਦਰ ਦੇ ਕਲਸ ਉੱਤੇ ਬੈਠੀ ਸੰਖ ਚੀਲ ਵਿਖਾਈ ਦਿੱਤੀ ਅਤੇ ਬੇਣੂ ਦੇ ਮਨ 'ਚੋਂ ਸੰਖ ਚੀਲ ਦੇ ਚਿੱਟੇ ਖੰਭਾਂ ਵਰਗਾ ਇੱਕ ਵਿਸ਼ਵਾਸ ਉੱਠਿਆ ਕਿ ਜਿਸ ਤਰ੍ਹਾਂ ਇੱਕ ਦਿਨ ਕਿਸੇ ਸ਼ਕਤੀ ਨੇ ਬ੍ਰਹਮਾ ਦੇ ਮਾਨਸ ਪੁੱਤਰਾਂ ਦੀ ਆਵਾਜ਼ ਸੁਣੀ ਸੀ, ਉਸੇ ਤਰ੍ਹਾਂ ਉਹਨੇ ਅੱਜ ਦੇ ਮਾਨਸ ਪੁੱਤਰਾਂ ਦੀ ਆਵਾਜ਼ ਵੀ ਸੁਣ ਲਈ ਹੈ। ਅਤੇ ਬੇਣੂ ਆਪਣੇ ਅੰਦਰੋਂ ਉੱਠੇ ਵਿਸ਼ਵਾਸ ਦੇ ਲੋਰ 'ਚ ਇੱਕ ਪ੍ਰਾਰਥਨਾ ਜਿਹੀ ਹੋ ਗਈ। ਸ਼ਿਵ ਸ਼ਕਤੀ, ਉਹਨੇ ਕਦੇ ਮੇਰਾ ਨਾਂ ਸੰਖ ਚੀਲ ਰੱਖਿਆ ਸੀ, ਆਖਦਾ ਸੀ ਪੈਂਡੇ ਪੈਣਾ, ਸੰਖ ਚੀਲ ਨੂੰ ਵੇਖਿਆ ਸ਼ਗਨ ਹੁੰਦਾ ਹੈ। ਵੇਖ ਉਹਦਾ ਪੈਂਡਾ ਕਿੱਡਾ ਲੰਬਾ ਹੋ ਗਿਆ, ਮੈਂ ਉਹਦੀ ਸੰਖ ਚੀਲ ਹਾਂ। ਮੇਰੇ ਨਾਂ 'ਚ ਮੇਰੇ ਗੁਣ ਭਰ ਦੇ। ਉਹ ਮੇਰਾ ਮੂੰਹ ਵੇਖ ਕੇ ਪੈਂਡੇ ਪਿਆ ਸੀ, ਉਹਨੂੰ ਕੁਝ ਨਹੀਂ ਹੋ ਸਕਦਾ, ਉਹ ਬਚ ਜਾਏਗਾ, ਮੇਰਾ ਦਿਲ ਬੋਲਦਾ ਹੈ। ਅਤੇ ਬੇਣੂ ਨੂੰ ਜਾਪਿਆ ਮਾਨਸ ਪੁੱਤਰਾਂ ਦੇ ਵਿਸ਼ਵਾਸ ਇੰਨਾ ਉਹਨਾਂ ਦੀ ਛਾਤੀ 'ਚੋਂ ਨਹੀਂ ਉੱਠਦੇ ਜਿੰਨਾ ਪ੍ਰਾਰਥਨਾ 'ਚ ਜੁੜੇ ਉਹਨਾਂ ਹੱਥਾਂ ਵਿੱਚੋਂ ਵਰੇ ਹੋ ਗਏ ਸਨ। ਬੇਣੂ ਦੇ ਦੁਆਲੇ ਇੱਕ ਅਜਿਹਾ ਹਨੇਰਾ ਪਸਰਿਆ ਸੀ ਜਿਹਦੇ 'ਚ ਕੁਛ ਵੀ ਵਿਖਾਈ ਨਹੀਂ ਸੀ ਦਿੰਦਾ। ਚੰਦਨ ਸਿੰਘ ਨੇ ਤਾਂ ਵਿਖਾਈ ਨਹੀਂ ਸੀ ਦੇਣਾ, ਬੇਣੂ ਨੂੰ ਆਪਣਾ ਆਪ ਵੀ ਵਿਖਾਈ ਨਹੀਂ ਸੀ ਦਿੰਦਾ। ਰੋਜ਼ ਆਉਂਦਾ ਜਾਂਦਾ ਸੂਰਜ ਵੀ ਹਨੇਰੇ ਨੂੰ ਨਹੀਂ ਸੀ ਚੀਰਦਾ। ਬੇਣੂ ਕਦੇ ਬਹਿੰਦੀ ਤਾਂ ਸੋਚਦੀ, ਇਹ ਕਿਆ ਹਨੇਰਾ ਹੈ? ਪਿੰਡੇ ਦੇ ਮਾਸ ਵਾਂਗ ਪਿੰਡੇ ਨਾਲ ਚੰਬੜਿਆ ਹੋਇਆ, ਪਿੰਡੇ ਦੀਆਂ ਹੱਡੀਆਂ ਉੱਤੇ ਲਿਪਿਆ ਹੋਇਆ। ਮਾਸ ਤਾਂ ਮਲਮਲ ਧੋਤਾ ਜਾ ਸਕਦਾ ਹੈ, ਡੂੰਘੇ ਸੌਲੇ ਰੰਗ ਵੀ ਕਦੇ ਲਿਸ਼ ਕਰਦੇ ਹਨ, ਪਰ ਹਨੇਰੇ ਨੂੰ ਧੋਣ ਕੁਚਣ ਲਈ ਕੁਝ ਵੀ ਨਹੀਂ ਹੁੰਦਾ। ਮਨ ਦੀ ਲੋ ਵੀ ਹਨੇਰੇ ਨੂੰ ਨਹੀਂ ਪਾਉਂਦੀ। ਕਦੇ ਕਦੇ ਬੇਣੂ ਨੂੰ ਜਾਪਦਾ ਇਹ ਚੰਦਨ ਸਿੰਘ ਦੀ ਜੇਲ੍ਹ ਵਾਲੀ ਕੋਠੜੀ ਦਾ ਹਨੇਰਾ ਹੈ ਜੋ ਸਾਰੀ ਦੁਨੀਆ 'ਚ ਫੈਲ ਗਿਆ ਹੈ। ਜਿਵੇਂ ਛਿਟਕ ਤੁਰਸ਼ੀ ਦੁੱਧ ਦੇ ਭਰੇ ਹੋਏ ਪਤੀਲੇ ਦੀ ਜੂਨ ਵਟਾ ਦਿੰਦੀ ਹੈ। ਬੇਣੂ ਸੋਚਦੀ ਸੂਰਜ ਦੇ ਸਾਰੇ ਚਾਨਣ ਨੂੰ ਹਨੇਰੇ ਦੀ ਜਾਗ ਲੱਗ ਗਈ। ਪਰ ਉਸ ਰਾਤ ਮਨ ਦੀ ਲੱਗੀ ਨੇ ਬੇਣੂ ਦੀਆਂ ਅੱਖਾਂ ਅੱਗੇ ਇੱਕ ਟੂਣਾ ਵਿਛਾ ਦਿੱਤਾ। ਚੰਦਨ ਸਿੰਘ ਕੋਹਾਂ ਦੇ ਪੈਂਡੇ ਮਾਰਦਾ ਬੇਣੂ ਦੇ ਸੁਪਨੇ 'ਚ ਆਇਆ। ਉਹੀ ਉਹ ਹਰਫਰੀ ਪਿੰਡ ਸੀ ਜਿਹਦੀਆਂ ਜੂਹਾਂ 'ਚ ਬੇਣੂ ਭੱਜਦੀ ਜਾਂਦੀ ਸੀ, ਪੈਰਾਂ ਦੀ ਸਾਰੀ ਵਾਹ ਲਾ ਕੇ ਜੂਹਾਂ ਨੂੰ ਪਛਾਣਦੀ ਸੀ। ਫਿਰ ਵੀ ਬੋਰੀ ਜੀ ਹੋਈ ਕੋਈ ਰਾਹ ਨਿਬੇੜਦੀ ਪਈ ਸੀ ਅਤੇ ਰਾਹ ਮੁੱਕਣ 'ਚ ਨਹੀਂ ਸੀ ਆਉਂਦਾ ਪਿਆ। ਉਹ ਜਿਹੜਾ ਰਾਹ ਪਾਰ ਕਰਦੀ ਉਹੀ ਉਹ ਫਿਰ ਉਹਦੇ ਪੈਰਾਂ ਅੱਗੇ ਆ ਜਾਂਦਾ ਅਤੇ ਫਿਰ ਹਫੀ ਹੋਈ ਬੇਣੂ ਨੂੰ ਸੁੰਨੇ ਰਾਹ ਉੱਤੇ ਗਊ ਖੁਲਵਾ ਕੇ ਇੱਕ ਦੋਧੀਆ ਮੁੰਡਾ ਗਊ ਦਾ ਦੁੱਧ ਚੋਂਦਾ ਦਿਸਿਆ। ਬੇਣੂ ਨੇ ਪੁੱਛਿਆ ਕੁਛ ਨਹੀਂ, ਪਰ ਦੋਧੀਏ ਮੁੰਡੇ ਦੇ ਖੱਬੇ ਹੱਥ ਮੁੜਦੀ ਉਸ ਡੰਡੀ ਵੱਲ ਹੱਥ ਦਾ ਇਸ਼ਾਰਾ ਕੀਤਾ ਜੋ ਡਾਢੇ ਫਲੇ ਹੋਏ ਚਿਲੋਰ ਦੇ ਰੁੱਖ ਕੋਲੋਂ ਵਲ ਕੇ ਪਤਾ ਨਹੀਂ ਕਿੱਥੇ ਜਾਂਦੀ ਸੀ, ਅਤੇ ਬੇਣੂ ਉਸ ਡੰਡੀ ਵੱਲ ਮੁੜ ਗਈ। ਫਿਰ ਚਾਨਚੱਕ ਸਾਹਮਣੇ ਉਹ ਤਲਾਅ ਵਾਲਾ ਅੰਬਾਂ ਦਾ ਬਗੀਚਾ ਆ ਗਿਆ ਜਿਹਨੂੰ ਉਹ ਚਿਰਾਂ ਤੋਂ ਪਛਾਣਦੀ ਸੀ। ਬੇਣੂ ਨੇ ਅੰਬ ਦੇ ਪਹਿਲੇ ਦਿਸੇ ਰੁੱਖ ਨੂੰ ਹੱਥ ਪਾਉਂਦਿਆਂ ਸਾਹ ਕੱਢਿਆ ਅਤੇ ਫਿਰ ਪੱਲੇ ਦੀ ਚੂਕ ਨਾਲ ਮੱਥੇ ਤੋਂ ਵਗਦੀ ਮੁੜਕੇ ਦੀ ਧਾਰ ਪੂੰਝ ਕੇ ਤਲਾਅ ਵੱਲ ਤੁਰ ਪਈ ਅਤੇ ਤਲਾਅ ਕੰਢੇ ਚੰਦਨ ਸਿੰਘ ਖਲੋਤਾ ਹੋਇਆ ਸੀ। ਉਹੀ ਸੰਗ ਜਿਹੜੀ ਚੰਦਨ ਸਿੰਘ ਵੱਲ ਵੇਖ ਕੇ ਬੇਣੂ ਨੂੰ ਪਹਿਲੇ ਦਿਨ ਆਈ, ਅੱਜ ਵੀ ਆਈ। ਪਰ ਚੰਦਨ ਸਿੰਘ ਨੇ ਬਾਂਹ ਗਾਂਹ ਕਰਕੇ ਬੇਣੂ ਨੂੰ ਆਪਣੇ ਮੋਢੇ ਨਾਲ ਲਾ ਲਿਆ। ਅੱਜ ਤੱਕ ਬੇਣੂ ਨੇ ਉਹਦੇ ਨਾਲ ਬੋਲ ਕੇ ਨਹੀਂ ਸੀ ਵੇਖਿਆ, ਹੁਣ ਵੀ ਬੋਲਿਆ ਨਾ ਗਿਆ। ਚੰਦਨ ਸਿੰਘ ਹੀ ਬੋਲਿਆ, ਮੈਂ ਆਖਿਆ ਤੂੰ ਉਡੀਕਦੀ ਹੋਏਂਗੀ, ਪਹਿਲਾਂ ਤੈਨੂੰ ਮਿਲ ਆਵਾਂ। ਅਤੇ ਚੰਦਨ ਸਿੰਘ ਨੇ ਬੇਣੂ ਦਾ ਧੀਰਜ ਬੰਨ੍ਹਣ ਲਈ ਉਹਦੀ ਪਿੱਠ ਉੱਤੇ ਹੱਥ ਫੇਰਿਆ। ਬੇਣੂ ਨੇ ਅੱਖਾਂ ਉਘੇੜ ਕੇ ਪਹਿਲਾਂ ਚੰਦਨ ਸਿੰਘ ਵੱਲ ਵੇਖਿਆ, ਫਿਰ ਤਲਾਅ ਦੇ ਪਾਣੀ ਵੱਲ, ਅਤੇ ਉੱਥੇ ਸੱਚੀ ਮੁੱਚੀ 2 ਪਰਛਾਵੇਂ ਤਰਦੇ ਪਏ ਸਨ। ਅਤੇ ਖੁਸ਼ੀ ਨਾਲ ਬੋਰੀ ਹੋਈ ਬੇਣੂ ਨੇ, ਜਿਹਨੇ ਅੱਜ ਤੱਕ ਚੰਦਨ ਸਿੰਘ ਦਾ ਹੱਥ ਨਹੀਂ ਸੀ ਫੜਿਆ, ਉਹਦਾ ਹੱਥ ਫੜ ਕੇ ਉੱਥੋਂ ਤੁਰਨ ਲੱਗੀ, ਪਤਾ ਨਹੀਂ ਕਿੱਥੇ ਜਾਣ ਲਈ। ਪਰ ਚੰਦਨ ਸਿੰਘ ਦੇ ਪੈਰ ਉੱਥੇ ਦੇ ਉੱਥੇ ਸਨ, ਹਿਲਦੇ ਨਹੀਂ ਸਨ, ਅਤੇ ਬੇਣੂ ਨੇ ਘਬਰਾ ਕੇ ਉਹਦੇ ਪੈਰਾਂ ਵੱਲ ਵੇਖਿਆ। ਪੈਰਾਂ 'ਚ ਲੋਹੇ ਦੀਆਂ ਬੇੜੀਆਂ ਪਈਆਂ ਹੋਈਆਂ ਸਨ, ਅਤੇ ਇੱਕ ਚੀਕ ਨਾਲ ਬੇਣੂ ਦੀ ਨੀਂਦਰ ਖੁੱਲ੍ਹ ਗਈ। ਜਾਗ ਆਈ ਤਾਂ ਬੇਣੂ ਦੀਆਂ ਵਰ੍ਹਿਆਂ ਦੀਆਂ ਸੁੰਨੀਆਂ ਅੱਖਾਂ 'ਚ ਡੱਕ ਡੱਕ ਅੱਥਰੂ ਭਰੇ ਸਨ। ਹਰਕ ਸੋਕ ਦੋਵੇਂ ਰਲ ਗਏ।
ਜਾਪਿਆ ਚੰਦਨ ਸਿੰਘ ਉੱਤੋਂ ਫਾਂਸੀ ਦੀ ਸਜ਼ਾ ਟਲ ਗਈ, ਪਰ ਲੋਹੇ ਦੀਆਂ ਬੇੜੀਆਂ ਅਜੇ ਵੀ ਉਹਦੇ ਪੈਰਾਂ 'ਚ ਹਨ। ਸੋਚਣ ਲੱਗੀ ਉਹ ਜਦੋਂ ਉਹਦਾ ਵੱਸ ਲੱਗਾ ਸਭ ਤੋਂ ਪਹਿਲਾਂ ਉਸੇ ਨੂੰ ਮਿਲਣ ਆਇਆ, ਪਰ ਉਹ 2 ਕਦਮ ਵੀ ਰਲ ਕੇ ਧਰਤੀ ਉੱਤੇ ਨਾ ਤੁਰ ਸਕੇ, ਸੁਪਨੇ ਵਿੱਚ ਵੀ ਨਹੀਂ। ਤੇ ਉਸ ਰਾਤ ਬੇਣੂ ਨੇ ਇੱਕੋ ਛਾਤੀ ਵਿੱਚ ਹਰਖ ਸੋਗ ਦੋਵੇਂ ਸਾਂਭ ਲਏ। ਸਭ ਜਾਣਦੇ ਹਨ ਚੰਦਨ ਸਿੰਘ ਨੂੰ ਜਦੋਂ ਫਾਂਸੀ ਦੀ ਥਾਵੇਂ 3 ਵਰ੍ਹਿਆਂ ਦੀ ਸਜ਼ਾ ਸੁਣਾਈ ਗਈ, ਉਹਦੇ ਪਿਓ ਭਰਾ ਦੀਆਂ ਅੱਖਾਂ ਦੀ ਬੁਝਦੀ ਜੋਤ ਦੀਵਿਆਂ ਵਾਂਗ ਬਣਨ ਲੱਗ ਪਈ। ਮਲਖਾਨ ਸਿੰਘ ਦੇ ਮੂੰਹ 'ਤੇ ਤਾਂ ਇੱਕ ਸੁਨਹਿਰੀ ਲੋ ਫਿਰ ਗਈ। ਉਹਨੇ ਕਚਹਿਰੀ ਦੇ ਬੂਹੇ 'ਚ ਵਜਦ 'ਚ ਆ ਕੇ ਬਾਹਾਂ ਤਾਣ ਲਈਆਂ ਤੇ ਉਹਦੇ ਬੁੱਲ ਕਿੰਨਾ ਚਿਰ ਫਰਕਦੇ ਰਹੇ। ਅਜਬ ਤੇਰੀ ਲੀਲਾ, ਅਜਬ ਤੇਰੀ ਮਾਇਆ। ਠਕੁਰਾਇਣ ਮਾਂ ਨੇ ਜਿਹੇ ਕਾਲੇ ਹਨੇਰੇ ਦਿਨ ਵੇਖੇ ਸੀ, ਅੱਜ ਦਾ ਚਿੱਟਾ ਦਿਉਣ ਵੇਖਦੀ ਡਰਦੀ ਪਈ ਸੀ। ਸਾਹਮਣੇ ਚੰਦਨ ਦਾ ਦਿਸਦਾ ਮੂੰਹ ਕਦੇ ਸੁਪਨੇ ਜਿਹਾ ਲੱਗਦਾ, ਕਦੇ ਸੱਚ ਜਿਹਾ। ਆਪਣੀ ਕਿਸਮਤ ਉੱਤੇ ਉਹਨੂੰ ਜਿਵੇਂ ਵਿਸ਼ਵਾਸ ਉੱਠ ਗਿਆ ਸੀ। ਉਹਨੇ ਪਾਸੇ ਨਾਲ ਬੈਠੀ ਤ੍ਰਿਵੇਣੀ ਦਾ ਮੂੰਹ ਮੱਥਾ ਚੁੰਮ ਲਿਆ। ਮੂੰਹ ਨਿਕਲਿਆ, ਤੇਰੀ ਕਿਸਮਤ ਚੰਗੀ ਹੈ ਨਾ, ਇਸੇ ਲਈ, ਇਸੇ ਲਈ। ਤ੍ਰਿਵੇਣੀ ਕੋਲੋਂ ਅੱਜ ਅੱਖਾਂ ਨਹੀਂ ਸੀ ਝਮਕੀਆਂ ਜਾਂਦੀਆਂ। ਭਰੀ ਕਚਹਿਰੀ 'ਚੋਂ ਚੰਦਨ ਸਿੰਘ ਦੇ ਮੂੰਹ ਵੱਲ ਇੰਝ ਤੱਕਦੀ ਰਹੀ ਸੀ ਜਿਵੇਂ ਉਹ ਕੋਈ ਅੱਲੋਕਾਰਾ ਮਨੁੱਖ ਹੋਵੇ। ਪਿਛਲੇ 2 ਵਰ੍ਹਿਆਂ 'ਚ ਜੋ ਕੁਝ ਹੋਇਆ ਬੀਤਿਆ ਸੀ, ਤ੍ਰਿਵੇਣੀ ਦੇ ਮਨ ਉੱਤੇ ਜਿਵੇਂ 10 ਵਰ੍ਹੇ ਚੜ੍ਹਾ ਗਿਆ ਸੀ। ਅੱਜ ਕਚਹਿਰੀ 'ਚ ਬੈਠੀ ਤ੍ਰਿਵੇਣੀ ਨੂੰ ਆਸ ਬੱਝੀ ਹੋਈ ਸੀ ਕਿ ਚੰਦਨ ਸਿੰਘ ਛੁੱਟ ਜਾਏਗਾ। ਇਸ ਲਈ ਚੰਦਨ ਸਿੰਘ ਦੇ ਕਿੰਨੇ ਹੀ ਰੂਪ ਉਹਨੂੰ ਮਨ 'ਚ ਲੱਥੀਆਂ ਵੱਖ-ਵੱਖ ਤਸਵੀਰਾਂ ਵਾਂਗ ਦਿਸਣ ਲੱਗ ਪਏ। ਇੱਕ ਰੂਪ ਸੀ, ਇੱਕ ਤਰਕਾਲ ਘਰ ਦਾ ਬਾਹਰਲਾ ਬੂਹਾ ਬੰਦ ਕਰਦੀ, ਮਾਂ ਦੇ ਹੱਥੋਂ ਕੁੰਡੀ ਛੁਡਵਾ ਕੇ ਹੱਥ 'ਚ ਪਿਸਤੌਲ ਤਾਣੀ, ਚੰਦਨ ਸਿੰਘ ਦਾ ਜ਼ੋਰੀ ਉਹਨਾਂ ਦੇ ਘਰ ਆ ਜਾਣਾ ਤੇ ਉਸ ਬਾਲੜੀ ਜਿਹੀ ਅੱਗੇ ਪਿਸਤੌਲ ਤਾਣ ਕੇ ਖਲੋ ਜਾਣਾ ਤੇ ਡਰਦੀ ਮਾਂ ਕੋਲੋਂ ਜੋਰੀ ਰੋਟੀ ਮੰਗ ਕੇ ਖਾਣ ਲੱਗ ਪੈਣਾ। ਉਦੋਂ ਤ੍ਰਿਵੇਣੀ ਭਾਵੇਂ 15 ਵਰ੍ਹਿਆਂ ਦੀ ਸੀ, ਪਰ ਮਨੋਂ ਉੱਕਾ ਬਾਲੜੀ ਸੀ। ਉਹਨੂੰ ਚੰਦਨ ਸਿੰਘ ਦਾ ਪਿਸਤੌਲ ਵਾਲਾ ਹੱਥ ਵੇਖ ਕੇ ਨਾ ਰੋਣ ਆਇਆ ਸੀ, ਨਾ ਕੋਈ ਖੌਫ। ਸ਼ਾਇਦ ਇਸ ਲਈ ਕਿ ਚੰਦਨ ਸਿੰਘ ਇੰਨਾ ਸੋਹਣਾ ਸੀ ਕਿ ਤ੍ਰਿਵੇਣੀ ਦੀਆਂ ਸੁਣੀਆਂ ਸੁਣਾਈਆਂ ਚੋਰਾਂ ਡਾਕੂਆਂ ਦੀਆਂ ਕਹਾਣੀਆਂ ਵਾਲੇ ਮੂੰਹ ਨਾਲ ਉਹਦਾ ਮੂੰਹ ਨਹੀਂ ਸੀ ਰਲਦਾ। ਤੇ ਫਿਰ ਉਹ ਰੂਪ ਸੀ। ਜਿਸ ਦਿਨ ਉਹ ਡਰ ਨਾਲ ਚੀਕਦੀ ਪਈ ਸੀ, ਉਹ ਸਿਪਾਹੀ ਉਹਦੇ ਗਲੋਂ ਪਾੜ ਕੇ ਕੱਪੜੇ ਲਾਂਦਾ ਪਿਆ ਸੀ ਤੇ ਬੂਹੇ ਦੇ ਤਖਤੇ ਤੋੜ ਕੇ ਚੰਦਨ ਸਿੰਘ ਇੱਕ ਦਿਓ ਵਾਂਗ ਆਇਆ ਸੀ। ਕਿੱਡਾ ਬਹਾਦਰ, ਰੱਬ ਦੇ ਆਸਰੇ ਵਰਗਾ। ਤੇ ਹੁਣ ਇੱਕ ਉਹ ਰੂਪ ਸੀ ਜਿਹੜਾ ਉਹਨੇ ਵੇਖਿਆ ਨਹੀਂ ਸੀ, ਪਰ ਮਨ 'ਚ ਚਿਤਵ ਕੇ ਰੋਜ਼ ਹੈਰਾਨ ਹੁੰਦੀ ਸੀ। ਰਾਣੀਆਂ ਵਰਗੀ ਠਕੁਰਾਇਣ ਮਾਂ ਜਦੋਂ ਕਹਿੰਦੀ ਸੀ ਉਹ ਤ੍ਰਿਵੇਣੀ ਦਾ ਚੰਦਨ ਸਿੰਘ ਨਾਲ ਵਿਆਹ ਕਰ ਦੇਗੀ, ਤਾਂ ਤ੍ਰਿਵੇਣੀ ਕਿੰਨਾ ਚਿਰ ਲੁੱਕ ਕੇ ਸ਼ੀਸ਼ੇ 'ਚ ਵੇਖਦੀ ਰਹਿੰਦੀ ਸੀ। ਉਹਨੂੰ ਸ਼ੀਸ਼ੇ 'ਚ ਸਿਰਫ ਆਪਣਾ ਮੂੰਹ ਨਹੀਂ ਸੀ ਦਿਸਦਾ, ਚੰਦਨ ਸਿੰਘ ਦਾ ਵੀ ਦਿਸਦਾ ਸੀ, ਸਿਹਰਿਆਂ ਵਾਲਾ। ਤੇ ਅੱਜ ਜਦੋਂ ਕਚਹਿਰੀ 'ਚੋਂ ਉੱਠਦਿਆਂ ਠਕੁਰਾਇਣ ਮਾਂ ਨੇ ਉਹਦਾ ਮੂੰਹ ਸਿਰ ਚੁੰਮ ਲਿਆ, ਉਹਨੂੰ ਸਾਰੀ ਦੁਨੀਆ ਹੋਰ ਦੀ ਹੋਰ ਦਿਸਣ ਲੱਗ ਪਈ। ਤੇ ਫਿਰ ਸਭ ਜਾਣਦੇ ਹਨ, ਚੰਦਨ ਸਿੰਘ ਦੀ ਕੈਦ ਸ਼ੁਰੂ ਹੋਣ ਲੱਗਿਆਂ ਠਾਕੁਰ ਪ੍ਰਿਥਵੀ ਸਿੰਘ ਨੇ ਦਰਖਾਸਤ ਦੇ ਕੇ ਸਿਰਫ 5 ਦਿਨਾਂ ਲਈ ਚੰਦਨ ਸਿੰਘ ਨੂੰ ਮੰਗਿਆ ਉਹਦਾ ਵਿਆਹ ਕਰਨ ਲਈ। ਨਾ ਜ਼ਾਤ, ਨਾ ਬਰਾਦਰੀ, ਨਾ ਨਾਚ ਨੱਟਣੀਆਂ, ਨਾ ਬੂਏ ਹਲਵਾਈ ਤੇ ਕਨਾਤਾਂ, ਸਿਰਫ ਅੰਦਰ ਖਾਨੇ ਦੇਵਤਿਆਂ ਨੂੰ ਸਾਖੀ ਰੱਖ ਕੇ ਇੱਕ ਛੋਟੀ ਜਿਹੀ ਰਸਮ ਪੂਰਨ ਲਈ। ਚੰਦਨ ਸਿੰਘ ਪੁਲਿਸ ਦੀ ਬੰਦ ਗੱਡੀ 'ਚ 5 ਦਿਨਾਂ ਲਈ ਪ੍ਰਾਹੁਣਾ ਬਣ ਕੇ ਘਰ ਆਇਆ। ਘਰ ਦੇ ਵੱਡੇ ਕਮਰੇ 'ਚ ਵੱਡੀ ਦਰੀ ਉੱਤੇ ਚਿੱਟੀਆਂ ਚਾਦਰਾਂ ਵਿਛੀਆਂ ਸਨ। ਥੋੜ੍ਹੇ ਜਿਹੇ ਗੋਲ ਤਕੀਏ ਸਨ ਤੇ ਕੰਧਾਂ ਉੱਤੇ ਪੁਰਾਣੇ ਵਿਰਸੇ ਦੀਆਂ ਪਿਓ ਦਾਦੇ ਦੀਆਂ ਕੁਝ ਤਸਵੀਰਾਂ। ਇੱਕ ਤਸਵੀਰ ਹੱਥ 'ਚ ਬੰਦੂਕ ਫੜੀ ਤੇ ਘੋੜੇ ਉੱਤੇ ਚੜ੍ਹੇ ਚੰਦਨ ਸਿੰਘ ਦੀ ਸੀ। ਦਹਿਲੀਜ਼ਾਂ 'ਚ ਖਲੋ ਕੇ ਠਕੁਰਾਇਣ ਮਾਂ ਨੇ ਘਰ ਦੀਆਂ ਮੁਹਾਠਾਂ ਲੰਘਦੇ ਚੰਦਨ ਸਿੰਘ ਦੇ ਮੱਥੇ ਤਿਲਕ ਲਾਇਆ ਤੇ ਉਹਦੇ ਸਿਰ ਉੱਤੇ ਪਾਣੀ ਵਾਰਿਆ ਤੇ ਫਿਰ ਗੰਗਾ ਮਾਂ ਨੇ ਗਾਂਹ ਹੋ ਕੇ ਚੰਦਨ ਸਿੰਘ ਦਾ ਮੱਥਾ ਚੁੰਮਿਆ। ਚੰਦਨ ਸਿੰਘ ਦੀ ਕਮਰੇ 'ਚ ਲੰਘਦਿਆਂ ਕੰਧ ਉੱਤੇ ਲੱਗੀ ਜਦੋਂ ਆਪਣੀ ਤਸਵੀਰ ਉੱਤੇ ਨਜ਼ਰ ਪਈ, ਜਾਪਿਆ ਜਿਵੇਂ ਆਪਣੇ ਪਹਿਲੇ ਜਨਮ ਦੀ ਤਸਵੀਰ ਵੇਖ ਰਿਹਾ ਹੋਵੇ। ਮਲਖਾਨ ਸਿੰਘ ਨੇ ਕਮਰੇ ਦੀ ਗੁੱਠੇ ਤਾਨਪੁਰਾ ਰੱਖਿਆ ਹੋਇਆ ਸੀ। ਉਹਨੇ ਇੱਕ ਵਾਰ ਚੰਦਨ ਸਿੰਘ ਨੂੰ ਗਲ ਲਾਇਆ, ਫਿਰ ਤਾਨਪੁਰੇ ਦੇ ਭਜਨ ਛੋਇਆ, ਗਾਓ ਸਖੀ ਗਾਓ ਮੰਗਲਾਚਾਰ, ਮੇਰੇ ਗ੍ਰਹਿ ਆਏ ਰਾਮ ਪਤਾਰ। ਠਾਕੁਰ ਪ੍ਰਿਥਵੀ ਵੀ ਅੱਜ ਮੁੜ ਕੇ ਜਿਉਂਦਿਆਂ 'ਚ ਹੋਇਆ ਸੀ। ਪੁਰਾਣੇ ਦਿਨਾਂ ਦਾ ਗੁਮਾਨ ਟੁੱਟ ਗਿਆ ਹੋਇਆ ਸੀ। ਚੰਦਨ ਸਿੰਘ ਨੇ ਜਦੋਂ ਉਹਦੇ ਪੈਰ ਛੋਏ, ਉਹਨੇ ਚੰਦਨ ਸਿੰਘ ਨੂੰ ਗਲ ਲਾਉਂਦਿਆਂ ਦੋਹਾਂ ਵਕੀਲਾਂ ਨੂੰ ਵੀ ਪੁੱਤਰਾਂ ਵਾਂਗ ਗਲ ਲਾਇਆ ਤੇ ਚੰਦਨ ਸਿੰਘ ਦੇ ਨਾਲ ਆਏ ਦੋਹਾਂ ਸਿਪਾਹੀਆਂ ਨੂੰ ਵੀ ਹੱਥ ਜੋੜ ਕੇ ਨਮਸਕਾਰ ਕਰਕੇ ਅੰਦਰ ਕਮਰੇ 'ਚ ਬਿਠਾਇਆ। ਬਸ 2 ਵਕੀਲ ਤੇ 2 ਸਿਪਾਹੀ ਜਿਵੇਂ ਚੰਦਨ ਸਿੰਘ ਦੀ ਬਰਾਤ ਚੜ੍ਹੇ ਸਨ।
ਭਜਨ ਤੋਂ ਪਿੱਛੋਂ ਕਮਰੇ 'ਚ ਚਾਹ ਮਠਿਆਈ ਆਈ ਤਾਂ ਉਸੇ ਵੇਲੇ ਚੰਦਨ ਸਿੰਘ ਨੇ ਸ਼ਿਵ ਚਰਨ ਠਾਕੁਰ ਨੂੰ ਪੁੱਛਿਆ, ਤੁਹਾਨੂੰ ਸਿਰਫ ਇਸ ਵਾਰੀ ਵੇਖਿਆ, ਮੁਕੱਦਮੇ ਦੇ ਪਹਿਲੇ ਦਿਨਾਂ 'ਚ ਤੁਸੀਂ ਨਹੀਂ ਸੀ। ਸ਼ਿਵ ਚਰਨ ਨੇ ਸੰਕੋਚ ਕੇ ਆਖਿਆ, ਮੈਂ ਇੱਥੋਂ ਦਾ ਵਕੀਲ ਨਹੀਂ, ਦਤੀਆ ਦਾ। ਬੱਪਾ ਨੇ ਤੁਹਾਨੂੰ ਦਤੀਆ ਤੋਂ ਬੁਲਾਇਆ? ਮੈਂ ਆਪ ਹੀ ਆਇਆ ਸੀ ਇਸ ਮੁਕੱਦਮੇ ਦਾ ਹਾਲ ਸੁਣ ਕੇ। ਚੰਦਨ ਸਿੰਘ ਕੁਝ ਹੈਰਾਨ ਹੋ ਕੇ ਸ਼ਿਵ ਚਰਨ ਵੱਲ ਤੱਕਦਾ ਰਿਹਾ। ਸ਼ਿਵ ਚਰਨ ਨੂੰ ਜਾਪਿਆ ਇਹ ਤੋਂ ਵੱਧ ਚੰਦਨ ਸਿੰਘ ਨੂੰ ਦੱਸਣਾ ਚਾਹੀਦਾ ਹੈ। ਆਖਣ ਲੱਗਾ, ਤੁਹਾਡੇ ਹਰਫਰੀ ਪਿੰਡ 'ਚ ਮੇਰੇ ਸਹੁਰੇ ਹਨ, ਇਸ ਲਈ ਇਸ ਮੁਕੱਦਮੇ 'ਚ ਮੇਰੀ ਦਿਲਚਸਪੀ ਸੀ। ਚੰਦਨ ਸਿੰਘ ਦੇ ਮੂੰਹ ਤੋਂ ਇੱਕ ਪਰਛਾਵਾਂ ਜਿਹਾ ਲੰਘ ਗਿਆ। ਫਿਰ ਇੱਕ ਚੁੱਪ ਜਿਹੀ ਦੀ ਛਾਂ 'ਚੋਂ ਨਿਕਲ ਕੇ ਚੰਦਨ ਸਿੰਘ ਨੇ ਪੁੱਛਿਆ, ਹਰਫਰੀ ਪਿੰਡ ਵਾਲਿਆਂ ਨੂੰ ਮੈਂ ਬਹੁਤਾ ਨਹੀਂ ਜਾਣਦਾ, ਪਰ ਤੁਹਾਡੇ ਸਹੁਰੇ ਕਿਹੜੇ ਠਾਕੁਰ ਹਨ? ਸ਼ਿਵ ਚਰਨ ਠਾਕੁਰ ਲਈ ਹੁਣ ਮੁਸ਼ਕਿਲ ਆ ਬਣੀ ਸੀ। ਬਿੰਦ ਕੁ ਚੁੱਪ ਰਿਹਾ, ਪਰ ਜਵਾਬ ਦੇਣਾ ਸੀ ਦਿੱਤਾ, ਠਾਕੁਰ ਰਘਬੀਰ ਸਿੰਘ ਤੁਹਾਡੇ ਸ਼ਰੀਕੇ ਵਿੱਚੋਂ ਹੀ ਨੇ। ਸ਼ਿਵ ਚਰਨ ਸਿੰਘ ਨੂੰ ਪਤਾ ਸੀ ਕਿ ਜਵਾਬ ਅਧੂਰਾ ਸੀ, ਇਸ ਲਈ ਚੰਦਨ ਸਿੰਘ ਦੀ ਤਸੱਲੀ ਨਹੀਂ ਸੀ ਹੋਈ, ਪਰ ਉਹ ਗੱਲ ਨੂੰ ਅੱਗੇ ਨਹੀਂ ਸੀ ਵਧਾ ਸਕਦਾ। ਚੰਦਨ ਸਿੰਘ ਨੇ ਰਹਿ ਕੇ ਫਿਰ ਪੁੱਛਿਆ, ਠਾਕੁਰ ਰਘਬੀਰ ਸਿੰਘ ਨੂੰ ਮੈਂ ਜਾਣਦਾ ਨਹੀਂ, ਉਹਨਾਂ ਨੇ ਤੁਹਾਨੂੰ ਮੁਕੱਦਮੇ ਲਈ ਭੇਜਿਆ? ਨਹੀਂ, ਉਹਨਾਂ ਦੀ ਲੜਕੀ ਨੇ, ਮੇਰੇ ਘਰੋਂ, ਲੌਂਗਵਤੀ ਨੇ। ਸ਼ਿਵ ਚਰਨ ਨੂੰ ਇੰਨਾ ਕੁ ਕਹਿਣਾ ਪਿਆ। ਚੰਦਨ ਸਿੰਘ ਦਾ ਸਾਹ ਅੰਦਰ ਨੂੰ ਡੂੰਘਾ ਚਲਾ ਗਿਆ। ਸ਼ਿਵ ਚਰਨ ਸਿੰਘ ਨੇ ਬੋਲਣਾ ਨਹੀਂ ਸੀ। ਚੰਦਨ ਸਿੰਘ ਤੋਂ ਵੀ ਬੋਲਿਆ ਨਾ ਗਿਆ। ਠਾਕੁਰਾਇਣ ਮਾਂ ਨੇ ਪਿਛਲੇ ਪਸਾਰ 'ਚ ਚੌਂਕੀ ਡੁਹਾ ਦਿੱਤੀ ਤੇ ਚੰਦਨ ਸਿੰਘ ਦੇ ਨਹਾਉਣ ਲਈ ਪਾਣੀ ਤੱਤਾ ਕਰਕੇ ਰਖਵਾ ਦਿੱਤਾ। ਰਾਮਪੁਰ ਦੇ ਲੋਕ ਅੱਜ ਤੱਕ ਦੰਦ ਕਥਾ ਸੁਣਾਉਂਦੇ ਹਨ, ਭਾਵੇਂ ਕਿਸੇ ਅੱਖੀਂ ਜਾ ਕੇ ਨਹੀਂ ਸੀ ਵੇਖਿਆ। ਘਰ ਦੀਆਂ ਮਹਿਰੀਆਂ ਤੇ ਨੌਕਰਾਂ ਤੋਂ ਹੀ ਸਭ ਕੁਝ ਸੁਣਿਆ ਸੀ ਕਿ ਕਿਵੇਂ ਮਾਣਕਪੁਰ ਵਾਲੇ ਠਾਕੁਰ ਪ੍ਰਿਥਵੀ ਸਿੰਘ ਦੇ ਕੁੰਵਰ ਚੰਦਨ ਸਿੰਘ ਦਾ ਅੱਲੋਕਾਰਾ ਵਿਆਹ ਹੋਇਆ। ਅੰਦਰਲੇ ਪਸਾਰ 'ਚ ਜਦੋਂ ਚੰਦਨ ਸਿੰਘ ਨੂੰ ਚੌਂਕੀ 'ਤੇ ਬਿਠਾਇਆ ਗਿਆ, ਦੋਹੀਂ ਬੰਨੀ ਭਾਵੇਂ ਕੁਝ ਵਿੱਥ 'ਤੇ 2 ਸਿਪਾਹੀ ਖਲੋਤੇ ਸਨ ਤੇ ਠੁਕਰਾਇਣ ਨੇ ਵਟਣੇ ਦਾ ਸ਼ਗਨ ਕਰਦਿਆਂ ਸਾਬਣ ਦੀ ਚੱਕੀ ਤੇ ਤੱਤਾ ਪਾਣੀ ਉਹਦੇ ਨਹਾਉਣ ਲਈ ਅੱਗੇ ਕਰ ਦਿੱਤਾ ਸੀ। ਚੰਦਨ ਸਿੰਘ ਨੇ ਨਾ ਘੋੜੀ ਚੜ੍ਹਨਾ ਸੀ, ਨਾ ਬੂਹੇ ਜੰਜ ਵੱਜਣੀ ਸੀ, ਸੋ ਨਹਾ ਧੋ ਕੇ ਲੱਕ ਮਲਮਲ ਦੀ ਚਿੱਟੀ ਧੋਤੀ ਤੇ ਗਲ ਸਿਲਕ ਦਾ ਕੁੜਤਾ ਪਾ ਕੇ ਮੁੜ ਅੰਦਰਲੀ ਬੈਠਕ 'ਚ ਆ ਬੈਠਾ। ਠਾਕੁਰ ਪ੍ਰਿਥਵੀ ਸਿੰਘ ਨੇ ਦੋਹਾਂ ਵਕੀਲਾਂ ਨੂੰ ਸਕੇ ਸਬੰਧੀਆਂ ਵਾਂਗ ਨਿਉਦਾ ਦਿੱਤਾ, ਸੋ ਵੀ ਵਿਆਹ ਦੀ ਰਸਮ ਤੱਕ ਉੱਥੇ ਸਨ। ਚੰਦਨ ਸਿੰਘ ਨੇ ਕਮਰੇ ਦੀ ਗੁੱਠੇ ਗੋਲ ਤਕੀਏ ਨਾਲ ਤੇ ਕੰਧ ਨਾਲ ਢੋਹ ਲਾਉਂਦਿਆਂ ਜਿਵੇਂ ਥੱਕ ਕੇ ਅੱਖਾਂ ਮੀਟ ਲਈਆਂ। ਵੱਡੇ ਠਾਕੁਰ ਠੁਕਰਾਇਣ ਤੇ ਮਲਖਾਨ ਨਾਲ ਦੇ ਛੋਟੇ ਕਮਰੇ 'ਚ ਪੰਡਤ ਨਾਲ ਰਲ ਕੇ ਵੇਦੀ ਗੱਡਦੇ ਪਏ ਸਨ ਤੇ ਹਵਨ ਦੀ ਸਮੱਗਰੀ ਜੋੜਦੇ ਪਏ ਸਨ। ਚੰਦਨ ਸਿੰਘ ਨੇ ਅੱਖਾਂ ਉਘੇੜ ਕੇ ਪਰਾਂ ਬੈਠੇ ਸ਼ਿਵ ਚਰਨ ਵੱਲ ਵੇਖਿਆ, ਫਿਰ ਉਹਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਸ਼ਿਵ ਚਰਨ ਕੋਲ ਆ ਬੈਠਾ, ਤਾਂ ਵੀ ਚੰਦਨ ਸਿੰਘ ਨੇ ਕਿੰਨੀ ਦੇਰ ਕੁਝ ਪੁੱਛਿਆ ਨਾ ਗਿਆ। ਫਿਰ ਜਿਵੇਂ ਮਸਾਂ-ਮਸ ਸ਼ਿਵ ਚਰਨ ਕੋਲ ਆ ਗਿਆ, ਤਾਂ ਵੀ ਚਰਨ ਸਿੰਘ ਤੋਂ ਕਿੰਨੀ ਦੇਰ ਕੁਝ ਪੁੱਛਿਆ ਨਾ ਗਿਆ। ਫਿਰ ਜਿਵੇਂ ਮਸਾਂ ਜਿਹੀ ਉਹਨੇ ਪੁੱਛਿਆ, ਲੌਂਗਵਤੀ ਰਾਜ਼ੀ ਹੈ? ਸ਼ਿਵ ਚਰਨ ਨੇ ਸਿਰ ਨਾਲ ਹੀ ਜ਼ਬਾਨ ਨਾਲ ਵੀ ਮਸਾਂ ਹਾਂ ਆਖੀ। ਜਾਣਦਾ ਸੀ ਚੰਦਨ ਸਿੰਘ ਕੀ ਪੁੱਛਣਾ ਚਾਹੁੰਦਾ ਸੀ, ਪਰ ਜੋ ਕੁਝ ਦੱਸਣ ਜੋਗਾ ਸੀ ਉਹ ਦੱਸ ਨਹੀਂ ਸੀ ਸਕਦਾ। ਚੰਦਨ ਸਿੰਘ ਬੜਾ ਚਿਰ ਚੁੱਪ ਰਿਹਾ। ਫਿਰ ਜਿਹਨੇ ਵਰ੍ਹਿਆਂ ਦੀ ਚੁੱਪ ਜਰ ਲਈ ਸੀ, ਇਸ ਵੇਲੇ ਉਹਨੂੰ ਪਲਾਂ ਦੀ ਚੁੱਪ ਜਰਨੀ ਔਖੀ ਹੋ ਗਈ ਤੇ ਉਹ ਗੱਲ ਤੋਂ ਉੱਕਾ ਅਣਜਾਣ ਹੋ ਜਾਣਾ ਨਾ ਸੁਭਾਵਕ ਸੀ ਨਾ ਸੰਭਵ। ਹੌਲੀ ਜੀ ਕਹਿਣ ਲੱਗਾ, ਉਹ ਵੀ ਠੀਕ ਏ। ਚੰਦਨ ਸਿੰਘ ਦੇ ਜੀਅ 'ਚ ਘੇਰ ਪਈ। ਪੁੱਛਿਆ, ਉਹਦਾ ਵਿਆਹ ਹੋ ਗਿਆ ਹੋਏਗਾ? ਕਦੋਂ ਹੋਇਆ ਸੀ? ਸ਼ਿਵ ਚਰਨ ਨੂੰ ਜਾਪਿਆ ਇਹ ਗੱਲ ਪੁੱਛਣੀ ਤੇ ਦੱਸਣੀ ਸ਼ਾਇਦ ਬਹੁਤ ਜ਼ਰੂਰੀ ਸੀ। ਸ਼ਾਇਦ ਚੰਦਨ ਸਿੰਘ ਨੂੰ ਆਪਣਾ ਵਿਆਹ ਕਰਨ ਵੇਲੇ ਮਨ ਉੱਤੇ ਕੋਈ ਭਾਰ ਜਾਪ ਰਿਹਾ ਸੀ, ਇਸ ਲਈ ਉਹਨੇ ਸੰਖੇਪ ਪਰ ਸਾਫ਼ ਆਖਿਆ, ਉਦੋਂ ਹੀ ਹੋ ਗਿਆ ਸੀ ਜਦੋਂ ਗੜੀ 'ਚ ਕਤਲ ਹੋਏ ਸੀ। ਇਸ ਤੋਂ ਬਾਅਦ ਚੰਦਨ ਸਿੰਘ ਨੇ ਕੁਛ ਨਹੀਂ ਪੁੱਛਿਆ। ਅੱਖਾਂ ਮੀਟ ਕੇ ਗੋਲ ਤਕੀਏ ਨਾਲ ਤੇ ਕੰਧ ਨਾਲ ਢੋਹ ਲਾ ਲਈ। ਸਭ ਜਾਣਦੇ ਹਨ, ਸਿਪਾਹੀਆਂ ਦੇ ਪਹਿਰੇ 'ਚ ਹਵਨ ਹੋਇਆ। ਗੰਗਾ ਨੇ ਤ੍ਰਿਵੇਣੀ ਦਾ ਕੰਨਿਆਦਾਨ ਕੀਤਾ। ਠਕੁਰਾਇਣ ਨੇ ਨੂੰਹ ਪੁੱਤਰ ਦੇ ਸਿਰ ਤੋਂ ਵਾਰਾ ਫੇਰਾ ਕਰਕੇ ਤ੍ਰਿਵੇਣੀ ਦੇ ਪੈਰਾਂ 'ਚ ਪਿਛੂਆ ਪਵਾ ਦਿੱਤਾ ਤੇ ਚੰਦਨ ਸਿੰਘ ਬੂਹੇ ਅੱਗੇ ਬੈਠੇ ਸਿਪਾਹੀਆਂ ਦੇ ਪਹਿਰੇ 'ਚ 4 ਰਾਤਾਂ ਤ੍ਰਿਵੇਣੀ ਨਾਲ ਗੁਜ਼ਾਰ ਕੇ 3 ਵਰ੍ਹਿਆਂ ਲਈ ਜੇਲ੍ਹ ਚਲਾ ਗਿਆ। ਫਿਰ ਵਰ੍ਹਿਓਂ ਅੰਦਰ ਤ੍ਰਿਵੇਣੀ ਦੇ ਘਰ ਪੁੱਤਰ ਜੰਮਿਆ ਤੇ ਛਮਾਈਓਂ ਬਾਅਦ ਠਕੁਰਾਇਣ ਆਪਣੇ ਪੋਤਰੇ ਦੀ ਸੁੱਖਣਾ ਦੇਣ ਲਈ ਠਾਕੁਰ ਪ੍ਰਿਥਵੀ ਸਿੰਘ ਨਾਲ ਗੰਗਾ ਇਸ਼ਨਾਨ ਵਾਸਤੇ ਚਲੀ ਗਈ।
ਪਰ ਕੋਈ ਨਹੀਂ ਜਾਣਦਾ ਕਿ ਬੇਣੂ ਨੇ ਵੀ ਇੱਕ ਸੁਖਣਾ ਦੇਣੀ ਸੀ। ਲੌਂਗਵਤੀ ਤੇ ਸ਼ਿਵ ਚਰਨ ਰਾਹੀਂ ਉਹਨੂੰ ਸਭ ਦਿਸਦਾ ਸੁਣੀਂਦਾ ਰਹਿੰਦਾ ਸੀ। ਠਾਕੁਰ ਤੇ ਠਕੁਰਾਇਣ ਦੇ ਤੀਰਥਾਂ 'ਤੇ ਜਾਣ ਦਾ ਜਦੋਂ ਉਹਨੂੰ ਪਤਾ ਲੱਗਾ, ਉਹ ਰਾਮਪੁਰ ਦੇ ਵੱਡੇ ਡਾਕਟਰ ਤੋਂ ਆਪਣੇ ਇਲਾਜ ਦੇ ਬਹਾਨੇ ਰਾਮਪੁਰ ਆਈ। ਗੰਗਾ ਚੌਂਕੇ 'ਚ ਸੀ। ਤ੍ਰਿਵੇਣੀ ਪੁੱਤਰ ਨੂੰ ਖਿਡਾਉਂਦੀ ਬਾਹਰ ਦੇ ਬਗੀਚੇ 'ਚ, ਜਿੱਥੇ ਅੱਜ ਕੱਲ੍ਹ ਰੱਜ ਕੇ ਕਕੈਨਾ ਖਿੜਿਆ ਹੋਇਆ ਸੀ। ਬੇਣੂ ਇੱਕ ਤਾਬ ਨਾਲ ਆਈ। ਸਾਰਾ ਘਰ, ਬੂਹਾ, ਬਾਗ ਬਗੀਚਾ, ਕੰਧਾਂ, ਚੌਖਟਾਂ ਉਹਨੇ ਸ਼ਿਵਚਰਨ ਦੀਆਂ ਅੱਖਾਂ ਥਾਣੀ ਇੰਝ ਵੇਖੀਆਂ ਸਨ ਕਿ ਸਭ ਪਛਾਣੀਆਂ ਲੱਗੀਆਂ। ਤ੍ਰਿਵੇਣੀ ਵੀ ਪਛਾਣੀ ਲੱਗੀ, ਜਿਹਨੂੰ ਖੌਰੇ ਚੰਦਨ ਦੀਆਂ ਅੱਖਾਂ ਬਣ ਕੇ ਕਿੰਨੀ ਵਾਰ ਵੇਖ ਚੁੱਕੀ ਸੀ। ਪਰ ਤ੍ਰਿਵੇਣੀ ਵਾਸਤੇ ਬੇਣੂ ਅਜਨਬੀ ਸੀ। ਉਂਝ ਬੇਣੂ ਦਾ ਮੂੰਹ, ਉਹਦਾ ਪਹਿਰਨ, ਉਹਦਾ ਬੋਲ ਇਹੋ ਜਿਹੀ ਤਾਬ ਵਾਲਾ ਸੀ। ਤ੍ਰਿਵੇਣੀ ਨੇ ਆਦਰ ਨਾਲ ਹੱਥ ਜੋੜੇ ਤੇ ਉਹਨੂੰ ਅੰਦਰ ਕਮਰੇ 'ਚ ਲੈ ਗਈ। ਠਕੁਰਾਇਣ ਮਾਂ ਤੀਰਥਾਂ 'ਤੇ ਗਈ ਹੋਈ ਏ, ਤ੍ਰਿਵੇਣੀ ਨੇ ਝੱਕ ਕੇ ਆਖਿਆ। ਉਹਨੂੰ ਠਾਕੁਰਾਂ ਦਾ ਘਰ ਘਰਾਣੇ ਦਾ ਕੁਝ ਪਤਾ ਨਹੀਂ ਸੀ, ਨਾ ਦੂਰ ਨੇੜੇ ਦੇ ਸਾਕਾਂ ਦਾ। ਇਸ ਠਾਕੁਰ ਘਰਾਣੇ ਦੀ ਰਹੀ ਸਹੀ ਅਮੀਰੀ ਵੀ ਤ੍ਰਿਵੇਣੀ ਦੀਆਂ ਅੱਖਾਂ ਚੁੰਧਿਆਉਣ ਵਾਲੀ ਸੀ। ਠਕੁਰਾਇਣ ਮਾਂ ਦੇ ਰੋਹ ਵਿੱਚ ਤ੍ਰਿਵੇਣੀ ਨੂੰ ਆਪਣਾ ਆਪ ਨਿਗੂਣਾ ਲੱਗਦਾ ਸੀ। ਇਸ ਲਈ ਕਦੇ ਬੀਤਿਆਂ ਵੇਲੇ ਦੀ ਗੱਲ ਉਹ ਉਚੇਚ ਨਾਲ ਪੁੱਛਦੀ ਨਹੀਂ ਸੀ। ਠਕੁਰਾਇਣ ਕਦੇ ਵਲੇਲ 'ਚ ਜੋ ਆਪੇ ਸੁਣਾਉਂਦੀ ਸੀ ਉਹ ਸੁਣ ਲੈਂਦੀ ਸੀ। ਬੇਣੂ ਨੇ ਨਜ਼ਰ ਭਰ ਕੇ ਬੱਚੇ ਨੂੰ ਤੱਕਿਆ ਤਾਂ ਗੰਗਾ ਦੀ ਇੱਕ ਲਹਿਰ ਜਿਵੇਂ ਉਹਦੀ ਛਾਤੀ ਨੂੰ ਛੋਹ ਗਈ। ਬੇਣੂ ਨੇ ਤ੍ਰਿਵੇਣੀ ਦੇ ਕੁਛੜੋਂ ਜਦੋਂ ਬੱਚੇ ਨੂੰ ਝੋਲੀ ਵਿੱਚ ਲਿਆ, ਤ੍ਰਿਵੇਣੀ ਖੁਸ਼ ਹੋ ਗਈ। ਮਨ 'ਚ ਆਖਿਆ, ਕਿੱਡੀਆਂ ਅਮੀਰ ਠਕੁਰਾਣੀਆਂ ਮੇਰੇ ਪੁੱਤਰ ਨੂੰ ਝੋਲੀ 'ਚ ਲੈ ਕੇ ਬਹਿੰਦੀਆਂ ਨੇ। ਤ੍ਰਿਵੇਣੀ ਭਾਵੇਂ ਚੰਦਨ ਸਿੰਘ ਦੀ ਵਿਆਹੀ ਔਰਤ ਸੀ, ਪਰ ਚੰਦਨ ਸਿੰਘ ਨੂੰ ਜਿਹੜੇ ਹਾਲ 'ਚ ਉਹਨੇ ਵੇਖਿਆ ਸੀ, ਬਸ ਉਸੇ ਤੋਂ ਜਾਣੂ ਸੀ। ਉਹੀ ਉਹਦੇ ਲਈ ਬਹੁਤ ਸੀ। ਬੇਣੂ ਨੇ ਬੱਚੇ ਨੂੰ ਲਾਡ ਕਰਦਿਆਂ ਵੇਖ ਕੇ ਤ੍ਰਿਵੇਣੀ ਮਾਣ ਨਾਲ ਕਹਿਣ ਲੱਗੀ, ਤੁਸਾਂ ਬੀਬੀ ਇਹਦੇ ਪਿਓ ਨੂੰ ਨਹੀਂ ਵੇਖਿਆ, ਇਹ ਉਹਦੇ ਵਰਗਾ ਸੋਹਣਾ ਨਹੀਂ। ਤੇ ਬੇਣੂ ਨੇ ਬੱਚੇ ਨੂੰ ਗਲ ਨਾਲ ਲਾ ਕੇ ਬਿੰਦਕ ਪਲਕਾਂ ਮੂੰਦ ਲਈਆਂ। ਤ੍ਰਿਵੇਣੀ ਦੇ ਘਰ ਉਂਝ ਵੀ ਕਦੇ ਕੋਈ ਪ੍ਰਾਹੁਣਾ ਨਹੀਂ ਸੀ ਆਇਆ, ਤੇ ਹੁਣ ਠਕੁਰਾਇਣ ਦੀ ਗੈਰ ਹਾਜ਼ਰੀ 'ਚ ਜੇ ਕੋਈ ਆਇਆ ਸੀ ਤਾਂ ਤ੍ਰਿਵੇਣੀ ਨੂੰ ਪਹਿਲੀ ਵਾਰ ਘਰ ਦੀ ਮਾਲਕਣ ਹੋਣ ਦਾ ਅਹਿਸਾਸ ਆਇਆ। ਚਾਹ ਪਾਣੀ ਲਿਆਉਣ ਲਈ ਉੱਠਣ ਲੱਗੀ। ਬੇਣੂ ਨੇ ਉਹਦਾ ਹੱਥ ਫੜ ਕੇ ਕੋਲ ਬਿਠਾ ਲਿਆ। ਤ੍ਰਿਵੇਣੀ ਨੂੰ ਕਰਨ ਲਈ ਕੋਈ ਗੱਲ ਨਹੀਂ ਸੀ ਔੜ ਰਹੀ। ਕੰਧ ਵੱਲ ਤੱਕਦੀ ਨੂੰ ਚੰਦਨ ਸਿੰਘ ਦੀ ਉਹ ਤਸਵੀਰ ਦਿਸੀ, ਜਿਹਦੇ 'ਚ ਉਹ ਹੱਥ 'ਚ ਬੰਦੂਕ ਫੜ ਕੇ ਘੋੜੇ 'ਤੇ ਚੜ੍ਹਿਆ ਸੀ। ਸੋ ਤ੍ਰਿਵੇਣੀ ਉਸੇ ਵੱਲ ਹੱਥ ਕਰਕੇ ਬੇਣੂ ਨੂੰ ਦੱਸਣ ਲੱਗੀ, ਆਹ ਵੇਖੋ ਬੀਬੀ, ਇਹਦੇ ਪਿਓ ਦੀ ਤਸਵੀਰ। ਤੇ ਕਮਰੇ 'ਚ ਉਹ ਪਲ ਮੁੜ ਕੇ ਆ ਗਿਆ, ਜਿਹੜੇ ਪਲ ਖੁਦ ਚੰਦਨ ਸਿੰਘ ਨੂੰ ਆਪਣੀ ਤਸਵੀਰ ਵੇਖ ਕੇ ਜਾਪਿਆ ਸੀ, ਜਿਵੇਂ ਉਹ ਆਪਣੇ ਪਹਿਲੇ ਜਨਮ ਦੀ ਤਸਵੀਰ ਵੇਖ ਰਿਹਾ ਹੋਵੇ। ਤੇ ਹੁਣ ਬੇਣੂ ਨੂੰ ਜਾਪਿਆ ਜਿਵੇਂ ਆਪਣੇ ਪਹਿਲੇ ਜਨਮ 'ਚ ਵੇਖੇ ਚੰਦਨ ਸਿੰਘ ਨੂੰ ਵੇਖ ਰਹੀ ਹੋਵੇ। ਸੱਚੀ ਉਹ ਬਹਾਦਰ ਵੀ ਬੜਾ ਹੈ, ਤ੍ਰਿਵੇਣੀ ਨੇ ਮਾਣ ਨਾਲ ਕਿਹਾ। ਬੇਣੂ ਹੱਸ ਜਿਹੀ ਪਈ। ਉਹਨੇ ਸ਼ਿਵਚਰਨ ਰਾਹੀਂ ਸੁਣਿਆ ਹੋਇਆ ਸੀ ਕਿ ਚੰਦਨ ਸਿੰਘ ਨੇ ਫਰਾਰੀ ਵੇਲੇ ਪਿੱਛੇ ਲੱਗੀ ਪੁਲਿਸ ਤੋਂ ਬਚਣ ਲਈ ਜਿਹੜੇ ਘਰ ਪਨਾਹ ਲਈ ਸੀ, ਉਹ ਤ੍ਰਿਵੇਣੀ ਦਾ ਤੇ ਉਹਦੀ ਮਾਂ ਦਾ ਘਰ ਸੀ। ਤੇ ਸਾਰੀ ਨਿੱਕੀ ਨਿੱਕੀ ਗੱਲ ਵੀ ਸੁਣੀ ਹੋਈ ਸੀ, ਕਿਵੇਂ ਚੰਦਨ ਸਿੰਘ ਨੇ ਕੁੜੀ ਅੱਗੇ ਪਿਸਤੌਲ ਤਾਣ ਕੇ ਉਹਦੀ ਮਾਂ ਨੂੰ ਰੌਲਾ ਪਾਉਣ ਤੋਂ ਰੋਕਿਆ ਸੀ। ਪਰ ਤ੍ਰਿਵੇਣੀ ਦਾ ਮਾਣ ਰੱਖਣ ਲਈ ਉਹ ਤ੍ਰਿਵੇਣੀ ਦੇ ਮੂੰਹ ਸੁਣਨਾ ਚਾਹੁੰਦੀ ਸੀ। ਆਖਣ ਲੱਗੀ, ਪਿੰਡ ਅਸਾਂ ਗੱਲਾਂ ਸੁਣੀਆਂ ਸੀ ਕਿ ਉਹਨੇ ਤੈਨੂੰ ਪਿਸਤੌਲ ਨਾਲ ਕਿੰਝ ਡਰਾਇਆ ਸੀ। ਤ੍ਰਿਵੇਣੀ ਹੱਸਦੀ ਦੂਰੀ ਹੋ ਗਈ। ਦੱਸਣ ਲੱਗੀ, ਮੈਂ ਤੇ ਡਰੀ ਨਹੀਂ ਸੀ, ਪਰ ਮਾਂ ਡਰ ਗਈ। ਮੈਂ ਡਰਦੀ ਕਿਸ ਤਰ੍ਹਾਂ? ਉਹ ਪਿਸਤੌਲ ਤਾਣ ਕੇ ਮਾਂ ਕੋਲੋਂ ਰੋਟੀ ਮੰਗਣ ਲੱਗ ਪਿਆ ਤੇ ਉੱਥੇ ਖਲੋ ਕੇ ਰੋਟੀ ਖਾਣ ਲੱਗ ਪਿਆ। ਚੌਂਕੇ 'ਚੋਂ ਗੰਗਾ ਦੀ ਆਵਾਜ਼ ਆਈ, ਵੇਣੀ, ਬਬੂਆ ਜੋਗਾ ਦੁੱਧ ਲੈ ਜਾ। ਆਈ ਮਾਂ ਕਹਿ ਕੇ ਤ੍ਰਿਵੇਣੀ ਚੌਂਕੇ ਵੱਲ ਚਲੀ ਗਈ। ਬੇਣੂ ਬੱਚੇ ਨਾਲ ਇਕੱਲੀ ਕਮਰੇ 'ਚ ਰਹਿ ਗਈ ਤਾਂ ਉਹਨੇ ਇੱਕ ਵਾਰੀ ਘੁੱਟ ਕੇ ਬੱਚੇ ਨੂੰ ਚੁੰਮਿਆ। ਫਿਰ ਅੰਦਰਲੀ ਕੁੜਤੀ 'ਚ ਰੱਖਿਆ ਹੋਇਆ ਸੋਨੇ ਦਾ ਤਵੀਤ ਕੱਢ ਕੇ ਪਹਿਲਾਂ ਉਹਨੂੰ ਮੱਥੇ ਨਾਲ ਲਾਇਆ, ਫਿਰ ਬੱਚੇ ਦੇ ਗਲ 'ਚ ਪਾ ਦਿੱਤਾ। ਦੁੱਧ ਦੀ ਬੋਤਲ ਲੈ ਕੇ ਜਦੋਂ ਤ੍ਰਿਵੇਣੀ ਕਮਰੇ 'ਚ ਆਈ, ਨਾਲ ਗੰਗਾ ਵੀ ਸੀ। ਗੰਗਾ ਨੇ ਹੱਥ ਜੋੜੇ ਤੇ ਆਖਿਆ, ਜੀ ਆਇਆਂ ਬੀਬੀ, ਰੋਟੀ ਅਸਲੋਂ ਤਿਆਰ ਏ, ਉੱਠੋ ਹੱਥ ਧੋ ਲਓ। ਬੇਣੂ ਦੀਆਂ ਅੱਖਾਂ 'ਚ ਕੁਝ ਪਾਣੀ ਜਿਹਾ ਆ ਗਿਆ ਹੋਇਆ ਸੀ। ਉਸੇ ਨੂੰ ਕੱਜਦੀ ਆਖਣ ਲੱਗੀ, ਨਾ ਮੈਂ ਵੱਲ ਨਹੀਂ, ਮੈਨੂੰ ਰੋਟੀ ਮਨ੍ਹਾ ਹੈ, ਪਾਣੀ ਦਾ ਗਲਾਸ ਦੇ ਦਿਓ। ਗੰਗਾ ਪਾਣੀ ਦਾ ਗਲਾਸ ਲੈਣ ਚਲੀ ਗਈ ਤੇ ਤ੍ਰਿਵੇਣੀ ਬੱਚੇ ਨੂੰ ਦੁੱਧ ਦੇਣ ਲਈ ਜਦੋਂ ਬੇਣੂ ਦੀ ਝੋਲੀ 'ਚ ਬੱਚੇ ਨੂੰ ਚੁੱਕਣ ਲੱਗੀ, ਬੱਚੇ ਦੇ ਗਲ 'ਚ ਪਏ ਤਵੀਤ ਉੱਤੇ ਉਹਦੀ ਨਜ਼ਰ ਪਈ। ਤ੍ਰਿਵੇਣੀ ਦੇ ਪੁੱਛਣ ਤੋਂ ਪਹਿਲਾਂ ਬੇਣੂ ਨੇ ਆਖਿਆ, ਇਹ ਤਵੀਤ ਇਹਦੇ ਪਿਓ ਦਾ ਏ। ਉਹਦਾ ਹਫੜਾ ਦਫੜੀ 'ਚ ਉਹਦੇ ਗਲੋਂ ਡਿੱਗ ਪਿਆ ਸੀ, ਪਿੱਛੋਂ ਕਿਸੇ ਨੂੰ ਲੱਭਾ ਸੀ, ਉਹੀ ਦੇਣ ਆਈ ਆ। ਤੇ ਬੇਣੂ ਨੇ
ਹਫ ਜਿਹੇ ਗਏ ਆਪਣੇ ਸਾਹ ਨੂੰ ਠਰਮਾ ਦੇਣ ਲਈ। ਸਿਰ ਝੁਕਾ ਕੇ ਫਿਰ ਇੱਕ ਵਾਰੀ ਬੱਚੇ ਨੂੰ ਪਿਆਰ ਕੀਤਾ ਤੇ ਆਖਿਆ, ਇਹ ਇਹਨਾਂ ਦੀ ਕੁਲ ਦਾ ਤਵੀਤ ਏ, ਬੱਚੇ ਦੀ ਰੱਖਿਆ ਕਰੇਗਾ। ਤ੍ਰਿਵੇਣੀ ਖੁਸ਼ ਵੀ ਸੀ, ਹੈਰਾਨ ਵੀ। ਬੱਚੇ ਨੂੰ ਝੋਲੀ 'ਚ ਲੈਂਦੀ ਪੁੱਛਣ ਲੱਗੀ, ਬੀਬੀ ਤੁਸੀਂ ਆਪਣਾ ਨਾਂ ਦੱਸਿਆ? ਮੈਂ ਉਹਨਾਂ ਨੂੰ ਕੀ ਦੱਸਾਂਗੀ। ਬੇਣੂ ਨੂੰ ਕੁਝ ਔੜ ਨਹੀਂ ਸੀ ਰਿਹਾ ਕਿ ਗੰਗਾ ਪਾਣੀ ਦਾ ਗਲਾਸ ਲੈ ਕੇ ਆ ਗਈ। ਨਾਲ ਹੀ ਤ੍ਰਿਵੇਣੀ ਨੂੰ ਆਖਣ ਲੱਗੀ, ਤੂੰ ਮੁੰਡੇ ਨੂੰ ਦੁੱਧ ਦੇ ਕੇ ਆਪ ਜਾਏਂਗੀ ਕਿ ਮੈਂ ਤੇਰੇ ਜੇਠ ਜੀ ਨੂੰ ਰੋਟੀ ਦੇ ਆਵਾਂ? ਮੈਂ ਇਹਨਾਂ ਕੋਲ ਬੈਠੀ ਹਾਂ, ਤੂੰ ਜਾ ਦੇ ਕੇ ਆ, ਥਾਲੀ ਨੂੰ ਢੱਕ ਕੇ ਲਿਜਾਈਂ। ਤ੍ਰਿਵੇਣੀ ਨੇ ਮਾਂ ਨੂੰ ਕਿਹਾ ਤੇ ਫਿਰ ਬੇਣੂ ਨੂੰ ਦੱਸਣ ਲੱਗੀ, ਮੇਰੇ ਜੇਠ ਜੀ ਨਿਰੇ ਸਾਧੂ ਨੇ, ਸਾਰਾ ਦਿਨ ਭਜਨ ਤੇ ਪਾਠ ਕਰਦੇ ਨੇ। ਪਿਛਲੇ ਬਗੀਚੇ 'ਚ ਉਹਨਾਂ ਵੱਖਰੀ ਕੋਠੜੀ ਪਵਾਈ ਹੋਈ ਏ। ਇੱਧਰ ਕਦੀ ਆਉਂਦੇ ਨੇ, ਬਸ ਕਦੇ ਬਬੂਆਂ ਨੂੰ ਖਿਡਾਉਣ ਲਈ ਲੈ ਜਾਂਦੇ ਨੇ। ਫਿਰ ਬੇਣੂ ਘੜੀ ਪਿੱਛੋਂ ਉੱਠ ਕੇ ਜਾਣ ਲੱਗੀ ਤਾਂ ਤ੍ਰਿਵੇਣੀ ਨੇ ਹੱਥ ਜੋੜ ਕੇ ਉਹਦੇ ਪੈਰਾਂ ਵੱਲ ਨੂੰ ਨਮਸਕਾਰ ਕਰਦਿਆਂ ਇੱਕ ਵਾਰੀ ਫਿਰ ਪੁੱਛਿਆ, ਬੀਬੀ ਤੁਸਾਂ ਨਾਂ ਨਹੀਂ ਦੱਸਿਆ, ਸੱਸ ਨੂੰ ਕੀ ਦੱਸਾਂਗੀ? ਬੇਣੂ ਨੂੰ ਇੱਕ ਵਾਰ ਹੱਸ ਕੇ ਗੱਲ ਟਾਲੀ, ਤੇਰੀ ਸੱਸ ਜੀ ਸਾਰੀ ਰਿਆਇਆ ਨੂੰ ਕਿੱਥੇ ਜਾਣਦੇ ਨੇ, ਮੇਰਾ ਤੇ ਕਦੇ ਉਹਨਾਂ ਨਾਂ ਵੀ ਨਹੀਂ ਸੁਣਿਆ ਹੋਣਾ। ਪਰ ਨਾਲ ਹੀ ਬੇਣੂ ਨੂੰ ਇੱਕ ਚੀਜ਼ ਪਈ। ਜਾਣ ਲੱਗੀ ਨੇ ਹੇਠਲੇ ਬੁੱਲ ਨੂੰ ਦੰਦਾਂ 'ਚ ਟੁੱਕ ਕੇ ਕਿਹਾ, ਮੈਨੂੰ ਲੋਕ ਪਿਆਰ ਨਾਲ ਸੰਖ ਚੀਲ ਬੁਲਾਉਂਦੇ ਨੇ। ਤ੍ਰਿਵੇਣੀ ਨੇ ਸ਼ਾਇਦ ਸੰਨ ਲਫ਼ਜ਼ ਗੌਲਿਆ ਨਹੀਂ। ਉਹ ਬੱਚੇ ਦੇ ਗਲ 'ਚ ਪਏ ਹੋਏ ਸੋਨੇ ਦੇ ਤਵੀਤ ਵੱਲ ਵੇਖਣ ਲੱਗ ਪਈ। ਸਭ ਜਾਣਦੇ ਹਨ 15 ਅਗਸਤ ਵਾਲੇ ਦਿਨ ਦੇਸ਼ ਦੀ ਆਜ਼ਾਦੀ ਦੀ ਖੁਸ਼ੀ 'ਚ ਕੁਝ ਕੈਦੀ ਜੇਲ੍ਹਾਂ 'ਚੋਂ ਛੱਡੇ ਜਾਂਦੇ ਹਨ। ਚੰਦਨ ਸਿੰਘ ਦੇ ਕੈਦ ਦੀ ਮਿਆਦ ਅਜੇ ਇੱਕ ਤਰ੍ਹਾਂ 2 ਮਹੀਨੇ ਤੇ 22 ਦਿਨ ਰਹਿੰਦੀ ਸੀ ਜਦੋਂ 15 ਅਗਸਤ ਵਾਲੇ ਦਿਨ ਉਹਨੂੰ ਜੇਲ੍ਹ 'ਚੋਂ ਰਿਹਾਈ ਮਿਲ ਗਈ। ਉਹ ਜਦੋਂ 5 ਦਿਨਾਂ ਦੀ ਮੋਹਲਤ ਪਿੱਛੋਂ ਜੇਲ੍ਹ 'ਚ ਗਿਆ ਸੀ, ਉਹਦੇ ਗਲ ਵਿਆਹ ਦੇ ਸ਼ਗਨਾਂ ਵਾਲੇ ਕੱਪੜੇ ਸਨ ਜੋ ਜੇਲ੍ਹ 'ਚ ਜਮ੍ਹਾਂ ਸਨ। ਰਿਹਾਈ ਵੇਲੇ ਉਹੀ ਉਹਦੇ ਕੱਪੜੇ ਉਹਨੂੰ ਮਿਲ ਗਏ ਤੇ ਠਾਕੁਰ ਪ੍ਰਿਥਵੀ ਸਿੰਘ ਤੇ ਮਲਖਾਨ ਸਿੰਘ ਜਦੋਂ ਉਹਨੂੰ ਘਰ ਲੈ ਕੇ ਆਏ, ਜਾਪ ਰਿਹਾ ਸੀ ਜਿਵੇਂ ਚੰਦਨ ਸਿੰਘ ਦਾ ਹੁਣੇ ਸੱਜਰਾ ਵਿਆਹ ਹੋਇਆ ਹੋਵੇ ਤੇ ਗੁੱਟੇ ਦੇ ਫੁੱਲਾਂ ਦੇ ਨਿਸ਼ਾਨ ਉਹਦੇ ਰੇਸ਼ਮੀ ਕਮੀਜ਼ ਉੱਤੇ ਸ਼ਗਨਾਂ ਦੀ ਗਵਾਹੀ ਦਿੰਦੇ ਹੋਣ। ਅੱਜ ਮੁੱਦਤਾਂ ਪਿੱਛੋਂ ਪਹਿਲਾ ਦਿਨ ਸੀ ਜਦੋਂ ਚੰਦਨ ਸਿੰਘ ਦੇ ਦੁਆਲੇ ਜਾਂ ਘਰ ਦੇ ਦੁਆਲੇ ਸਿਪਾਹੀਆਂ ਦੀ ਵਰਦੀ ਨਹੀਂ ਸੀ ਦਿਸਦੀ ਤੇ ਘਰ ਅੱਜ ਪਹਿਲੀ ਵਾਰ ਘਰ ਜਾਪਦਾ ਸੀ। ਸੱਸ ਮਾਂ ਨੇ ਅੱਗੇ ਹੋ ਕੇ ਚੰਦਨ ਸਿੰਘ ਨੂੰ ਗਲ ਨਾਲ ਲਾਇਆ। ਤ੍ਰਿਵੇਣੀ ਇੱਕ ਵਾਰ ਪ੍ਰਣਾਮ ਕਰਨ ਲਈ ਅਗਾਂਹ ਹੋਈ, ਫਿਰ ਸੰਗ ਕੇ ਪਿਛਾਂ ਦੂਜੇ ਕਮਰੇ 'ਚ ਚਲੀ ਗਈ। ਪਰਾਂ ਕਮਰੇ 'ਚ ਨਹੀਂ ਗਈ, ਤਾਕ ਦੀ ਆੜ 'ਚ ਖਲੋ ਕੇ ਚੰਦਨ ਸਿੰਘ ਨੂੰ ਵੇਖਦੀ ਰਹੀ। ਚੰਦਨ ਸਿੰਘ ਨੇ ਉਹਨੂੰ ਝੀਥ ਵਿੱਚੋਂ ਵੇਖਦੀ ਨੂੰ ਵੇਖਿਆ ਤੇ ਹੌਲੀ ਜਿਹੀ ਹੱਸ ਪਿਆ। ਤ੍ਰਿਵੇਣੀ ਭਾਵੇਂ ਠਾਕੁਰ ਪ੍ਰਿਥਵੀ ਸਿੰਘ ਦੀ ਨੂੰਹ ਅਖਵਾਉਂਦੀ ਸੀ, ਪਰ ਉਹਨੂੰ ਅਜੇ ਤੱਕ ਸਭ ਕੁਝ ਰੰਗ ਬਰੰਗੇ ਸੁਪਨੇ ਵਰਗਾ ਲੱਗਦਾ ਸੀ। ਪੁੱਤਰ ਵੀ ਸੁਪਨੇ 'ਚ ਜੰਮਿਆ ਲੱਗਦਾ ਸੀ। ਠਕੁਰਾਇਣ ਨੇ ਗੰਗਾ ਨੂੰ ਇਸ਼ਾਰਾ ਕੀਤਾ। ਉਹ ਨਾਲ ਦੇ ਕਮਰੇ ਚੰਦਨ ਸਿੰਘ ਦੇ ਸੁੱਤੇ ਪਏ ਪੁੱਤਰ ਨੂੰ ਚੁੱਕ ਲਿਆਈ ਤੇ ਠਕੁਰਾਇਣ ਨੇ ਆਪਣੇ ਹੱਥਾਂ ਨਾਲ ਚੁੱਕ ਕੇ ਚੰਦਨ ਸਿੰਘ ਦੀ ਝੋਲੀ 'ਚ ਪਾ ਦਿੱਤਾ। ਚੰਦਨ ਸਿੰਘ ਦੀ ਨਜ਼ਰ ਪੁੱਤਰ ਦੇ ਮੂੰਹ 'ਤੇ ਵੀ ਪਈ, ਨਾਲ ਹੀ ਉਹਦੇ ਗਲ 'ਚ ਪਏ ਤਵੀਤ 'ਤੇ ਵੀ ਪਈ। ਉਹ ਹੈਰਾਨ ਜਿਹੀਆਂ ਅੱਖਾਂ ਨਾਲ ਮਾਂ ਦੇ ਮੂੰਹ ਵੱਲ ਤੱਕਣ ਲੱਗ ਪਿਆ। ਠਕੁਰਾਇਣ ਵੀ ਦੱਸਣ ਪੁੱਛਣ ਨੂੰ ਔੜਦੀ ਸੀ। ਆਖਣ ਲੱਗੀ, ਵੇਖੋ ਨਾ ਚੰਦਨ, ਇਹ ਤਾਂ ਉਹੀਓ ਤਵੀਤ ਹੈ ਜਿਹੜਾ ਮੈਂ ਆਪਣੇ ਹੱਥੀਂ ਤੇਰੇ ਗਲ 'ਚ ਪਾਇਆ ਸੀ। ਚੰਦਨ ਸਿੰਘ ਨੇ ਹੱਥ ਨਾਲ ਤਵੀਤ ਨੂੰ ਪੁੱਠਾ ਸਿੱਧਾ ਕਰਕੇ ਵੇਖਿਆ, ਪਰ ਕੁਝ ਦੱਸਣ ਦੀ ਥਾਂ ਮਾਂ ਨੂੰ ਪੁੱਛਿਆ, ਪਛਾਣ ਕਾ ਉਹੀਓ ਏ? ਲੈ ਮੈਂ ਭਲਾ ਪਛਾਣਦੀ ਨਹੀਂ। ਚੰਦਨ ਸਿੰਘ ਨੇ ਵੀ ਹੌਲੀ ਜਿਹੀ ਕਿਹਾ, ਉਹੀਓ ਲੱਗਦਾ ਹੈ। ਮਾਂ ਉਦੋਂ ਦੀ ਹੈਰਾਨ ਸੀ ਜਦੋਂ ਦਾ ਇਹ ਤਵੀਤ ਮਿਲਿਆ ਸੀ। ਪੁੱਛਣ ਲੱਗੀ, ਤੈਨੂੰ ਯਾਦ ਹੈ ਕਿ ਨਹੀਂ ਇਹ ਕਦੋਂ ਤੇਰੇ ਗਲੋਂ ਡਿੱਗਾ ਸੀ, ਕਿੱਥੇ ਡਿੱਗਾ ਸੀ? ਚੰਦਨ ਸਿੰਘ ਨੇ ਪਤਾ ਨਹੀਂ ਵਿੱਚ ਹੱਥ ਲਾਇਆ ਪਰ ਮੂੰਹੋਂ ਕੁਝ ਨਹੀਂ ਆਖਿਆ। ਮਾਂ ਹੀ ਦੱਸਣ ਲੱਗੀ, ਤੈਨੂੰ ਪਤਾ ਕਿਵੇਂ ਮਿਲਿਆ? ਮੈਂ ਤੇ ਹਰਿਦੁਆਰ ਗਈ ਹੋਈ ਸਾਂ ਇਹਦੀ ਸੁੱਖਣਾ ਦੇਣ ਲਈ। ਪਿੱਛੋਂ ਘਰ ਕੋਈ ਔਰਤ ਆਈ ਸੀ, ਪਤਾ ਨਹੀਂ ਕੌਣ ਸੀ, ਉਹੀਓ ਆ ਕੇ ਮੁੰਡੇ ਦੇ ਗਲ 'ਚ ਪਾ ਗਈ। ਨਾਲ ਇਹ ਵੀ ਕਹਿ ਗਈ ਸੀ ਕੁੜੀ ਨੂੰ ਕਿ ਤੁਹਾਡੀ ਕੁਲ ਦਾ ਤਵੀਤ ਇਹ ਮੁੰਡੇ ਦੀ ਰੱਖਿਆ ਕਰੇਗਾ। ਤੇ ਮਾਂ ਨੇ ਸੁੱਖ ਦੀ ਹੈਰਾਨੀ ਨਾਲ ਕਿਹਾ, ਪਤਾ ਨਹੀਂ ਕੌਣ ਸੀ, ਉਹਨੂੰ ਕਿੱਥੇ ਲੱਭਾ, ਪਰ ਰੱਬ ਉਹਦਾ ਭਲਾ ਕਰੇ। ਤੇ ਕੋਈ ਨਹੀਂ ਜਾਣਦਾ। ਜਦੋਂ ਚੰਦਨ ਸਿੰਘ ਨੇ ਘੁੱਟ ਕੇ ਬੱਚੇ ਨੂੰ ਗਲ ਨਾਲ ਲਾਇਆ, ਬੱਚੇ ਦੇ ਗਲ 'ਚ ਪਿਆ ਤਵੀਤ ਚੰਦਨ ਸਿੰਘ ਦੇ ਦਿਲ ਵਾਂਗ ਧੜਕਣ ਲੱਗ ਪਿਆ। ਇਹ ਪਿੱਛੋਂ ਡੂੰਘੀ ਰਾਤ ਵੇਲੇ ਦੀ ਗੱਲ ਹੈ ਜਦੋਂ ਸਾਰੇ ਸੌਂ ਗਏ ਤੇ ਤ੍ਰਿਵੇਣੀ ਚੰਦਨ ਸਿੰਘ ਜੋਗਾ ਦੁੱਧ ਦਾ ਲੈ ਕੇ ਉਹਦੀ ਮੰਜੀ ਕੋਲ ਆਈ। ਚੰਦਨ ਸਿੰਘ ਨੇ ਤ੍ਰਿਵੇਣੀ ਦੀ ਬਾਂਹ ਫੜ ਕੇ ਉਹਦਾ ਹਾਲ ਪੁੱਛਦਿਆਂ ਇਹ ਵੀ ਪੁੱਛਿਆ, ਵੇਣੀ, ਇਹ ਤਵੀਤ ਦੇਣ ਵਾਸਤੇ ਜਿਹੜੀ ਔਰਤ ਆਈ ਸੀ ਕੌਣ ਸੀ? ਬੜੀ ਉਹ ਚੰਗੀ ਸੀ, ਬੜੀ ਉਹ ਸੋਹਣੀ। ਤ੍ਰਿਵੇਣੀ ਸਾਰਾ ਕੁਝ ਬੜੇ ਮਲ੍ਹਾਰ ਨਾਲ ਦੱਸਣ ਲੱਗੀ। ਪਰ ਚੰਦਨ ਸਿੰਘ ਨੇ ਗੱਲ ਟੁੱਕਦਿਆਂ ਕਾਹਲੀ ਨਾਲ ਪੁੱਛਿਆ, ਉਹਦਾ ਨਾਂ ਕੀ ਸੀ?
ਨਾਂ ਤੇ ਬੜਾ ਅਜੀਬ ਉਹਨੇ ਦੱਸਿਆ ਸੀ। ਕੀ? ਪਹਿਲਾਂ ਤਾਂ ਦੱਸਦੀ ਨਹੀਂ ਸੀ। ਅਖੇ ਠੁਕਰਾਇਣ ਆਪਣੀ ਰਿਆਇਆ ਦੇ ਨਾਂ ਨਹੀਂ ਜਾਣਦੀ। ਪਿੱਛੋਂ ਜਾਣ ਲੱਗੀ ਨੇ ਦੱਸਿਆ ਸੀ। ਕੀ? ਚੰਦਨ ਸਿੰਘ ਦੇ ਸਾਹ ਕਾਲੇ ਹੋ ਗਏ। ਕਹਿਣ ਲੱਗੀ ਸੰਖ ਚੀਲ। ਚੰਦਨ ਸਿੰਘ ਨੂੰ ਆਪਣਾ ਸਾਹ ਆਪਣੀ ਛਾਤੀ 'ਚ ਖਲੋ ਗਿਆ ਜਾਪਿਆ। ਤ੍ਰਿਵੇਣੀ ਅੱਗੇ ਆਖ ਰਹੀ ਸੀ, ਭਲਾ ਇਹ ਵੀ ਕਿਸੇ ਦਾ ਨਾਂ ਹੁੰਦਾ ਹੈ? ਤੇ ਚੰਦਨ ਸਿੰਘ ਦੇ ਮੂੰਹੋਂ ਖਲੋਤੇ ਹੋਏ ਸਾਹ ਵਾਂਗ ਨਿਕਲਿਆ, ਹੁੰਦਾ ਸੀ। ਤ੍ਰਿਵੇਣੀ ਨੇ ਸ਼ਾਇਦ ਸੀ ਨੂੰ ਗੋਲਿਆ ਨਹੀਂ, ਪਰਾਂ ਪਲੰਘਗੀਰੀ ਉੱਤੇ ਸੁੱਤੇ ਪਏ ਬੱਚੇ ਨੂੰ ਚੁੱਕ ਕੇ ਉਹਨੇ ਚੰਦਨ ਸਿੰਘ ਦੀ ਬੁੱਕਲ 'ਚ ਪਾ ਦਿੱਤਾ ਤੇ ਚੰਦਨ ਸਿੰਘ ਨੇ ਜਦੋਂ ਘੁੱਟ ਕੇ ਬੱਚੇ ਨੂੰ ਛਾਤੀ ਨਾਲ ਲਾਇਆ, ਉਹਦੇ ਗਲ 'ਚ ਪਿਆ ਹੋਇਆ ਤਵੀਤ ਚੰਦਨ ਸਿੰਘ ਦੇ ਦਿਲ ਵਾਂਗ ਧੜਕਣ ਲੱਗ ਪਿਆ। ਧੰਨਵਾਦ।